ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਘ ਮੱਝਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਇਹ ਪਵਿੱਤਰ ਬਚਨ 12 ਮਾਹਾਂ ਦੇ ਪਾਠ ਵਿੱਚ 12ਵਾਂ ਸ਼ਬਦ ਹੈ। ਦੇਸੀ ਸਾਲ ਦਾ ਇਹ 11ਵਾਂ ਮਹੀਨਾ ਹੈ। ਔਰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਵਿੱਤਰ ਸ਼ਬਦ ਰਾਹੀਂ ਸਾਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਦਾ ਉਪਦੇਸ਼ ਦਿੰਦੇ ਹਨ। ਪਾਤਸ਼ਾਹ ਦਾ ਬਚਨ ਹੈ, ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੋਰਥ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਨਾਏ। ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਗੁਰੂ ਪਿਆਰਿਓ, ਅੱਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸੰਨ 1700 ਦੇ ਵਿੱਚ ਜਿਸ ਵੇਲੇ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਜੰਗ ਚੱਲ ਰਿਹਾ ਸੀ ਤੇ ਕਸੂਈਏ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਪਹਾੜੀ ਰਾਜੇ ਜਿਹੜੇ ਹਨ ਉਹਨਾਂ ਨੇ ਇੱਕ ਹਾਥੀ ਦੇ ਨਾਲ ਆਪਣੇ ਕਿਲੇ ਦਾ ਗੇਟ ਤੋੜਨਾ ਪਤਾ ਲੱਗਿਆ। ਤੇ ਗੁਰੂ ਪਾਤਸ਼ਾਹ ਨੇ ਬੈਠੇ ਬੈਠੇ ਸਹਿਜ ਸੁਭਾਅ ਕਹਿਤਾ, ਫਿਰ ਕੀ ਹੋਇਆ, ਸਾਡੇ ਕੋਲ ਵੀ ਹਾਥੀ ਹੈਗਾ। ਮਹਾਰਾਜ ਕਿਹੜਾ? ਉਹ ਸਾਹਮਣੇ ਬੈਠਾ ਦੁਨੀ ਚੰਦ, ਇਹ ਹਾਥੀ ਦਾ ਮੁਕਾਬਲਾ ਕਰੇਗਾ, ਹਾਥੀ ਨੂੰ ਪੁੱਠਾ ਮੋੜੇਗਾ। ਇਹ ਦੁਨੀ ਚੰਦ ਮਾਝੇ ਦਾ ਮਸੰਦ ਸੀ। ਗੁਰੂ ਪਿਆਰਿਓ, ਮਸੰਦ ਪਾਤਸ਼ਾਹ ਨੇ ਰੱਖੇ ਹੋਏ ਸਨ ਜੋ ਇਲਾਕਿਆਂ ਵਿੱਚ ਪ੍ਰਚਾਰ ਕਰਦੇ ਸਨ। ਬਾਬੇ ਨਾਨਕ ਜੀ ਨੇ ਵੀ ਮੰਜੀਆਂ ਥਾਪੀਆਂ। ਉਸ ਤੋਂ ਬਾਅਦ ਤੀਜੇ ਪਾਤਸ਼ਾਹ ਜੀ ਨੇ ਵੀ 22 ਮੰਜੀਆਂ ਥਾਪੀਆਂ। ਪ੍ਰਚਾਰਕ ਭੇਜੇ ਅਲੱਗ ਅਲੱਗ ਇਲਾਕਿਆਂ ਸਿੱਖੀ ਦਾ ਪ੍ਰਚਾਰ ਕਰਨ ਲਈ। ਉਹਨਾਂ ਵਿੱਚੋਂ ਇੱਕ ਸੀ ਦੁਨੀ ਚੰਦ ਮਾਝੇ ਦੇ ਇਲਾਕੇ ਦਾ। ਔਰ ਇਹ ਵੀ ਆਪਣੇ ਇਲਾਕੇ ਵਿੱਚੋਂ ਬਹੁਤ ਸਾਰੇ ਨੌਜਵਾਨਾਂ ਨੂੰ ਭਰਤੀ ਕਰਨ ਵਾਸਤੇ ਫੌਜ ਵਿੱਚ, ਕਿਉਂਕਿ ਅਨੰਦਪੁਰ ਸਾਹਿਬ ਜੰਗ ਚੱਲ ਰਿਹਾ ਸੀ, ਲੈ ਕੇ ਆਇਆ। ਅਤੇ ਜਿਸ ਵੇਲੇ ਪਾਤਸ਼ਾਹ ਜੀ ਨੇ ਹਾਥੀ ਦੇ ਨਾਲ ਟਾਕਰਾ ਕਰਨ ਦਾ ਹੁਕਮ ਕਰ ਦਿੱਤਾ ਤੇ ਇਹ ਘਬਰਾ ਗਿਆ। ਇਹਨੇ ਗੁਰੂ ਦੀ ਸ਼ਕਤੀ ਨੂੰ ਨਹੀਂ ਦੇਖਿਆ, ਆਪਣੀ ਤਾਕਤ ਨੂੰ ਤੇ ਹਾਥੀ ਤਾਕਤ ਨੂੰ ਦੇਖ ਕੇ ਘਬਰਾ ਗਿਆ ਵੀ ਯਾਰ ਹਾਥੀ ਨਾਲ ਬੰਦਾ ਕਿਵੇਂ ਮੁਕਾਬਲਾ ਕਰੂਗਾ। ਇਹਨੇ ਬਹੁਤ ਮਿੰਨਤਾਂ ਕੀਤੀਆਂ ਸਿੰਘਾਂ ਦੀਆਂ ਵੀ ਗੁਰੂ ਸਾਹਿਬ ਨੂੰ ਬੇਨਤੀ ਕਰੋ ਯਾਰ ਵੀ ਮੈਨੂੰ ਇਹ ਕੰਮ ਇੱਥੋਂ ਨਹੀਂ ਹੋਣਾਗਾ। ਸਿੰਘਾਂ ਨੇ ਸਮਝਾਇਆ ਵੀ ਕੰਮ ਤਾਂ ਗੁਰੂ ਸਾਹਿਬ ਦਾ ਆਪਣਾ, ਤੇਰਾ ਨਹੀਂ ਹੈ। ਤੇ ਗੁਰੂ ਪਿਆਰਿਓ, ਪਰ ਇਹਦਾ ਮਨ ਨਾ ਟਿਕਿਆ ਤੇ ਇਹ ਅਖੀਰ ਜਿਹੜੇ ਇਸ ਦੇ ਇਲਾਕੇ ਦੇ ਸੀ ਨਾ ਨੌਜਵਾਨ ਭਰਤੀ ਫੌਜ ਵਿੱਚ, ਗੁਰੂ ਕੀ ਫੌਜ ਵਿੱਚ, ਕੁਝ ਪਿਛਲੇ 6-7 ਮਹੀਨਿਆਂ ਤੋਂ ਘੇਰਾ ਪਿਆ ਹੋਇਆ ਸੀ। ਚੰਗਾ ਛਕਣ ਛਕਾਉਣ ਨੂੰ ਵੀ ਨਾ ਮਿਲਿਆ। ਭੁੱਖਣ ਭਾਣੇ ਸਿੰਘ ਦਰਖਤਾਂ ਦੇ ਪੱਤੇ ਤੱਕ ਖਾ ਕੇ ਸਮਾਂ ਲੰਘਾਇਆ। ਇਹ ਦੁਨੀ ਚੰਦ ਆਪਣੇ ਇਲਾਕੇ ਦੇ ਸਾਥੀਆਂ ਨੂੰ ਕਹਿਣ ਲੱਗੇ, ਆਪਾਂ ਚੱਲੀਏ ਯਾਰ ਇੱਥੋਂ। ਇਹ ਗੱਲ ਬਣੀ, ਕੋਈ ਬੰਦਾ ਭਲਾ ਹਾਥੀ ਨਾਲ ਕਿਵੇਂ ਲੜੂਗਾ, ਐਵੇਂ ਭੁੱਖੇ ਮਰੀ ਜਾਂਦੇ ਆ, ਵੇਖੀ ਜਾਊਗੀ। ਤਾਂ ਗੁਰੂ ਪਿਆਰਿਓ, ਕੁਝ ਨੌਜਵਾਨ ਇਹਦੇ ਆਖੇ ਲੱਗ ਗਏ ਔਰ ਇਹਨਾਂ ਨੇ ਅੱਧੀ ਰਾਤ ਨੂੰ ਅਨੰਦਪੁਰ ਦਾ ਕਿਲ੍ਹਾ ਟੱਪਣ ਦੀ ਸਲਾਹ ਬਣਾਈ। ਉੱਤੋਂ ਰੱਸਾ ਛਿੱਟਿਆ ਕੰਨ ਤੋਂ, ਕਿਉਂ ਗੇਟ ਤਾਂ ਬੰਦ ਸੀ, ਪਹਿਰੇਦਾਰ ਸੀ ਗੇਟ 'ਤੇ। ਕੰਧ ਉੱਤੋਂ ਕਦੰਬ ਸਿੱਟੀ, ਰੱਸਾ ਸਿੱਟਿਆ ਜਾਂ ਕੋਈ ਕੱਪੜੇ ਪੱਗ ਆਦਿ ਬੰਨ੍ਹ ਕੇ
ਲੰਮਾ ਰੱਸਾ ਕੀਤਾ ਤੇ ਜਿਹੜੇ ਇਹਦੇ ਇਲਾਕੇ ਦੇ ਨੌਜਵਾਨ ਸੀ ਮਾਝੇ ਦੇ, ਉਹ ਉਤਰ ਗਏ ਉਸ ਨੂੰ ਫੜ ਕੇ। ਤੇ ਇਹਦਾ ਵਜਨ ਬਹੁਤ ਜ਼ਿਆਦਾ ਸੀਗਾ ਦੁਨੀ ਚੰਦ, ਪੇਟੂ ਵੀ ਸੀ, ਸਰੀਰ ਦਾ ਬੜਾ ਭਾਰੀ ਸੀ। 2.5 ਸੇਰ ਕੜਾ ਪ੍ਰਸ਼ਾਦ ਇਕੱਲਾ ਹੀ ਖਾ ਜਾਂਦਾ ਸੀ। ਜਿਸ ਵੇਲੇ ਇਹ ਉਤਰਨ ਲੱਗਿਆ ਉਹ ਰੱਸੇ ਨੂੰ ਫੜ ਕੇ, ਕੁਦੰਬ ਨੂੰ ਫੜ ਕੇ, ਤੇ ਉਹ ਰੱਸਾ ਟੁੱਟ ਗਿਆ। ਇਹ ਡਿੱਗ ਪਿਆ, ਡਿੱਗਦੇ ਦੀ ਲੱਤ ਟੁੱਟ ਗਈ। ਹੁਣ ਜਿਹੜੇ ਇਹਦੇ ਸਾਥੀ ਸੀਗੇ ਉਹ ਅੱਧੀ ਰਾਤ ਨੂੰ ਇਸ ਨੂੰ ਮੰਜੇ 'ਤੇ ਪਾ ਕੇ ਕਿਸੇ ਤਰ੍ਹਾਂ ਮਾਝੇ ਦੇ ਇਲਾਕੇ 'ਚ ਲੈ ਗਏ। ਇਹਨੂੰ ਲਿਜਾ ਕਰਕੇ ਇਹਦੇ ਘਰੇ ਲੈ ਗਏ। ਘਰ ਵਾਲਿਆਂ ਨੂੰ ਕਹਿੰਦਾ ਮੈਨੂੰ ਪਿਛਲੇ ਕਮਰੇ 'ਚ ਪਾ ਦਿਓ, ਕਿ ਹੁਣ ਘਰੇ ਜਾ ਕੇ ਸ਼ਰਮ ਆਈ ਵੀ ਲੋਕ ਮੈਨੂੰ ਪੁੱਛਣਗੇ, ਮੈਂ ਕੀ ਦੱਸੂਗਾ ਵੀ ਗੁਰੂ ਸਾਹਿਬ ਜੰਗ ਸੀਗੀ ਅਸੀਂ ਆ ਗਏ। ਇਹ ਪਿਛਲੇ ਕਮਰੇ 'ਚ ਪਾਤਾ। ਇੱਧਰ ਦੂਜਾ ਦਿਨ ਚੜ੍ਹਿਆ ਤੇ ਸਿੰਘ ਕਹਿਣ ਲੱਗੇ ਪਾਤਸ਼ਾਹ ਆਪਣਾ ਹਾਥੀ ਤਾਂ ਰਾਤ ਭੱਜ ਗਿਆ। ਕਿਹੜਾ ਹਾਥੀ ਭੱਜ ਗਿਆ? ਮਹਾਰਾਜ ਦੁਨੀ ਚੰਦ। ਕਿਉਂ? ਉਹ ਡਰਦਾ ਭੱਜ ਗਿਆ ਪਿੰਡ ਨੂੰ ਮਹਾਰਾਜ। ਕਹਿੰਦੇ ਫਿਰ ਘਰੇ ਕਿਹੜਾ ਮੌਤ ਨਹੀਂ ਆਊਗੀ? ਮੌਤ ਤਾਂ ਕਿਤੇ ਵੀ ਆ ਸਕਦੀ ਆ। ਉਹ ਡਰਦਾ ਭੱਜ ਗਿਆ। ਕੋਈ ਗੱਲ ਨਹੀਂ, ਆਪਣੇ ਕੋਲੇ ਸ਼ੇਰ ਹੈਗੇ ਨੇ ਬਥੇਰੇ। ਕਿਹੜਾ ਸ਼ੇਰ? ਮਹਾਰਾਜ ਭਾਈ ਬਚਿੱਤਰ ਸਿੰਘ, ਇਹ ਹਾਥੀ ਦਾ ਮੁਕਾਬਲਾ ਕਰੇਗਾ। ਪਰ ਦੁਨੀ ਚੰਦ ਨੂੰ ਘਰੇ ਪਏ ਨੂੰ ਰਾਤ ਨੂੰ, ਅੱਧੀ ਰਾਤ ਨੂੰ ਕਿਤੇ ਬਾਥਰੂਮ ਜਾਣ ਵਾਸਤੇ ਉੱਠਿਆ ਤੇ ਇਹਦੇ ਸੱਪ ਲੜ ਗਿਆ। ਕੋ ਸਤਨਾਮ ਸੀ, ਸੱਪ ਲੜ ਕੇ ਮਰ ਗਿਆ। ਹੁਣ ਜਿਹੜੇ ਇਹਦੇ ਨਾਲ ਨੌਜਵਾਨ ਗਏ ਸੀ ਗੁਰੂ ਪਿਆਰਿਓ, ਉਹ ਜਦੋਂ ਆਪਣੇ ਘਰੋਂ ਘਰੀ ਗਏ ਤੇ ਘਰਦਿਆਂ ਨੇ ਪੁੱਛਿਆ ਗੁਰੂ ਸਾਹਿਬ ਦਾ ਹਾਲ, ਤੇ ਉਹਨਾਂ ਨੇ ਕਿਹਾ ਬਈ ਉੱਥੇ ਤਾਂ ਹਜੇ ਘੇਰਾ ਪਿਆ ਹੋਇਆ ਸੀ ਫੌਜਾਂ ਦਾ, ਅਸੀਂ ਤਾਂ ਦੁਨੀ ਚੰਦ ਮਸੰਦ ਨਾਲ ਆ ਗਏ। ਪਰਿਵਾਰਾਂ ਨੇ ਲੜਨਾ ਸ਼ੁਰੂ ਕੀਤਾ ਆਪਣੇ ਮੈਂਬਰਾਂ ਨਾਲ। ਕਿਸੇ ਦਾ ਭਰਾ ਸੀ, ਕਿਸੇ ਦਾ ਪਿਓ ਸੀ, ਕਿਸੇ ਦਾ ਪਤੀ ਸੀ, ਕਿਸੇ ਦਾ ਪੁੱਤਰ ਸੀ। ਇੱਧਰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿਹੜਾ ਉਹ ਛੱਡਿਆ, ਤਿਆਗਿਆ, ਔਰ ਫਿਰ ਉੱਥੋਂ ਨਿਕਲ ਕੇ ਜੰਗ ਹੋਇਆ। ਚਮਕੌਰ ਦੀ ਜੰਗ ਹੋਈ, ਮਾਛੀਵਾੜਾ ਲੰਘੇ ਗੁਰੂ ਪਿਆਰਿਓ। ਇੱਧਰ ਲੰਘਦੇ ਲੰਘਦੇ ਰਾਏਕੋਟ ਆ ਗਏ, ਲੰਮੇ ਜੱਟਪੁਰੇ ਰੁਕੇ ਜਿੱਥੋਂ ਜ਼ਫਰਨਾਮਾ ਲਿਖ ਕੇ ਭੇਜਿਆ। ਇੱਥੋਂ ਚੱਲਦੇ ਚੱਲਦੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਕਤਸਰ ਦੀ ਜੰਗ ਜੋ ਹੋਈ ਹੈ, ਉਸ ਤੋਂ ਪਹਿਲਾਂ ਲੰਮੇ ਜੱਟਪੁਰੇ ਤੋਂ ਟੱਪ ਕੇ ਉੱਥੋਂ ਜ਼ਫਰਨਾਮਾ ਤੋੜ ਕੇ ਸਤਿਗੁਰੂ ਨੂੰ ਪਤਾ ਲੱਗਿਆ ਕਿ ਵਜੀਦਾ ਜਿਹੜਾ ਹੈ ਦੁਬਾਰਾ ਫੌਜ ਇਕੱਠੀ ਕਰ ਰਿਹਾ ਹੈ। ਉਹਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਨੂੰ ਚਮਕੌਰ ਦੀ ਗੜੀ ਵੀ ਸ਼ਹੀਦ ਨਹੀਂ ਕੀਤਾ ਗਿਆ, ਉਹ ਸਹੀ ਸਲਾਮਤ ਨਿਕਲ ਆਏ ਤੇ ਉਹ ਲੰਮੇ ਜੱਟਪੁਰੇ ਬੈਠੇ ਆ। ਤੇ ਗੁਰੂ ਪਿਆਰਿਓ ਲਖਮੀਰ ਸ਼ਮੀਰ ਹੋਰਾਂ ਕੋਲ ਸਤਿਗੁਰੂ ਰੁਕੇ, ਉਹਨਾਂ ਨੇ ਬੜੀ ਸੇਵਾ ਕੀਤੀ ਤੇ ਵਜੀਦੇ ਨੇ ਉਹਨਾਂ ਨੂੰ ਸੁਨੇਹਾ ਭੇਜਤਾ ਵੀ ਗੁਰੂ ਗੋਬਿੰਦ ਸਿੰਘ ਨੂੰ ਸਾਡੇ ਹਵਾਲੇ ਕਰ ਦਿਓ, ਨਹੀਂ ਤਾਂ ਤੁਹਾਡੇ ਪਰਿਵਾਰਾਂ ਨੂੰ ਅਸੀਂ ਖਤਮ ਕਰ ਦਿਆਂਗੇ। ਸ਼ਮੀਰ ਨੇ ਚਿੱਠੀ ਦਾ ਜਵਾਬ ਦਿੱਤਾ ਵੀ ਅਸੀਂ ਗੁਰੂ ਸਾਹਿਬ ਨੂੰ ਤਾਂ ਤੁਹਾਡੇ ਹਵਾਲੇ ਨਹੀਂ ਕਰਦੇ, ਜੰਗ ਦੇ ਵਿੱਚ ਮਰ ਸਕਦੇ ਹਾਂ। ਤੇ ਵਜੀਦੇ ਨੇ ਗੁਰੂ ਪਿਆਰਿਓ ਦੁਆਰਾ ਲਸ਼ਕਰ ਫੌਜ ਇਕੱਠੀ ਕੀਤੀ ਆ। ਗੁਰੂ ਸਾਹਿਬ ਨੂੰ ਸਾਰੀ ਚਿੱਠੀ ਪੜ੍ਹ ਕੇ ਸੁਣਾਈ ਤੇ ਗੁਰੂ ਸਾਹਿਬ ਨੇ ਸੋਚਿਆ ਵੀ ਦੁਬਾਰਾ ਫਿਰ ਜੰਗ ਕਰਨੀ ਪੈਣੀ ਆ, ਪਰ ਮੈਂ ਨਹੀਂ ਚਾਹੁੰਦਾ ਕਿ ਦੀਨੇ ਕਾਂਗੜ ਦਾ ਇਲਾਕਾ ਜਿੱਥੇ ਕਿ ਮੇਰੀ ਬਹੁਤ ਪਿਆਰੀ ਸਿੱਖ ਸੰਗਤ ਵਸਦੀ ਆ ਉਹਨਾਂ ਨੁਕਸਾਨ ਹੋਵੇ। ਮੈਂ ਖੁੱਲ੍ਹੇ ਏਰੀਏ ਵਿੱਚ ਜਾ ਕੇ ਜੰਗ ਕਰਾਂਗੇ ਇਹਨਾਂ ਦੇ ਨਾਲ। ਤੇ ਪਾਤਸ਼ਾਹ ਨੇ ਦੀਨੇ ਕਾਂਗੜ ਤੋਂ ਜ਼ਫਰਨਾਮਾ ਤੋੜ ਕੇ ਭਾਈ ਦਇਆ ਸਿੰਘ ਰਾਹੀਂ ਤੇ ਆਪ ਚਾਲੇ ਪਾਤੇ ਤੇ ਚੱਲਦੇ ਹੋਏ ਅਨੇਕਾਂ ਪਿੰਡਾਂ ਦੇ ਵਿੱਚੋਂ ਦੀ ਹੁੰਦੇ ਹੋਏ ਜਿਵੇਂ ਉੱਥੋਂ ਚੱਲੇ ਭਾਈ ਭਗਤੇ ਆਏ, ਭਾਈ ਭਗਤਿਓਂ ਢਿਲਵਾਂ ਆਏ, ਢਿਲਵਾਂ ਪ੍ਰਿਥੀ ਚੰਦ ਸੋਢੀ ਇਹਨਾਂ ਦਾ ਵੰਸ਼ਜ ਭਾਈ ਕੌਲ ਰਾਏ ਮਿਲਿਆ, ਉਹਦੇ ਕੋਲ ਕੁਝ ਸਮਾਂ ਰਹੇ। ਕੌਲ ਰਾਏ ਦੇ ਕੋਲ ਬਾਅਦ ਕਪੂਰੇ ਨੂੰ ਮਿਲਦੇ ਹੈ। ਕਪੂਰੇ ਨੂੰ ਗੁਰੂ ਪਿਆਰੋ ਕਹਿੰਦੇ ਨੇ ਕਿ ਤੇਰਾ ਜਿਹੜਾ ਹੈ ਨਾ ਇਹ ਬਿਲਡਿੰਗ, ਇਹ ਕੋਠੀ, ਇਹ ਬੰਗਲਾ ਸਾਨੂੰ ਦੇ, ਇਹ ਕਿਲ੍ਹਾ, ਇਹਨੂੰ ਕਿਲ੍ਹਾ ਕਹਿੰਦੇ ਆ, ਤੇਰਾ ਕਿਲ੍ਹਾ ਸਾਨੂੰ ਦੇ, ਅਸੀਂ ਲੜਾਈ ਕਰਨੀ ਆ। ਤੇ ਕੋਟ ਕਪੂਰੇ ਵਾਲਾ ਕਪੂਰਾ ਕਹਿੰਦਾ ਮਹਾਰਾਜ ਕਿਲ੍ਹਾ ਮੈਂ ਤੁਹਾਨੂੰ ਕਿਵੇਂ ਦੇ ਦਿਆਂ? ਇਹ ਕਿਲ੍ਹਾ ਤਾਂ
ਤੁਸੀਂ ਲੈ ਕੇ ਲੜਾਈ ਕਰੋਗੇ, ਮੈਂ ਸਰਕਾਰੀ ਬੰਦਾ, ਸਰਕਾਰ ਮੇਰੇ ਖਿਲਾਫ ਹੋ ਜਾਊਗੀ ਔਰ ਮੈਨੂੰ ਫਾਹਾ ਦੇ ਕੇ ਮਾਰ ਦੇਣਗੇ। ਪਾਤਸ਼ਾਹ ਨੇ ਕਿਹਾ ਤੇਰੀ ਮਰਜ਼ੀ ਹੈ ਭਾਈ, ਜੇ ਤੇਰਾ ਨਹੀਂ ਇਰਾਦਾ ਤਾਂ ਫਿਰ ਤੇਰੀ ਮਰਜ਼ੀ ਆ, ਇੱਦਾਂ ਹੀ ਹੋਵੇਗੀ। ਜਦ ਘਰ ਜਾ ਕੇ ਪਰਿਵਾਰ ਨੂੰ ਦੱਸਿਆ ਕਿ ਗੁਰੂ ਸਾਹਿਬ ਨੇ ਮੈਥੋਂ ਕਿਲ੍ਹਾ ਮੰਗਿਆ ਸੀ, ਮੈਂ ਜਵਾਬ ਦੇਤਾ ਅਤੇ ਨਾਲ ਹੀ ਆ ਬਚਨ ਵੀ ਹੋ ਗਿਆ। ਅਤੇ ਫਿਰ ਕਪੂਰੇ ਨੂੰ ਮਿਲ ਕੇ ਪਾਤਸ਼ਾਹ ਢਿੱਲਵਾਂ ਆਉਂਦੇ ਆ। ਇੱਥੇ ਕੌਲ ਰਾਏ ਨਾਲ ਗੱਲਬਾਤ ਹੁੰਦੀ ਆ, ਕਪੂਰੇ ਬਾਰੇ ਪੁੱਛਦਾ ਕੌਲ ਰਾਏ। ਪਾਤਸ਼ਾਹ ਕਹਿੰਦੇ ਅਸੀਂ ਕਪੂਰੇ ਦੀਆਂ ਜੜ੍ਹਾਂ ਤਾਂ ਪੱਟਿਆ ਏ। ਅਤੇ ਉਹ ਜਿਹੜਾ ਕੌਲ ਰਾਏ ਸੀ ਨਾ, ਉਹ ਕਹਿੰਦਾ ਉਹਦੀਆਂ ਜੜ੍ਹਾਂ ਤਾਂ ਮੇਰੇ ਢਿੱਡ ਵਿੱਚ ਲੱਗੀਆਂ ਹੋਈਆਂ। ਪਾਤਸ਼ਾਹ ਕਹਿੰਦੇ ਫਿਰ ਤੇਰਾ ਢਿੱਡ ਪਾੜ ਕੇ ਪੱਟਾਂਗੇ। ਇਹ ਵੀ ਬਚਨ ਹੋਏ ਕੌਲ ਰਾਏ ਦੇ ਨਾਲ। ਉੱਥੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਅੱਗੇ ਚੱਲਦੇ ਆ ਅਤੇ ਇੱਧਰ ਇੱਕ ਨਗਰ ਦੇ ਵਿੱਚ ਬੈਠੇ ਆ ਬਾਹਰ ਅਤੇ ਪਤਾ ਲੱਗਿਆ ਵੀ ਜਿਹੜਾ ਵਜੀਦ ਖਾਨ ਹੈ ਉਹ ਲਸ਼ਕਰ ਲੈ ਕੇ ਚੱਲ ਪਿਆ ਸਰਹੰਦੋਂ ਸਤਿਗੁਰਾਂ ਦਾ ਪਿੱਛਾ ਕਰਦਿਆਂ ਹੋਏ। ਅਤੇ ਸਤਿਗੁਰੂ ਵੀ ਹੁਣ ਤੇਜ਼ੀ ਦੇ ਨਾਲ ਕੋਈ ਜਗ੍ਹਾ ਲੱਭਣ ਲੱਗੇ ਜਿੱਥੇ ਜਾ ਕੇ ਜੰਗ ਕੀਤਾ ਜਾਵੇ। ਅਤੇ ਗੁਰੂ ਪਿਆਰਿਓ ਫਿਰ ਸਤਿਗੁਰੂ ਪਾਤਸ਼ਾਹ ਬਹਿਬਲ ਕਲਾਂ ਜੈਤੋ ਇਸ ਪਾਸੇ ਆ ਰਹੇ ਸੀ ਕਿ ਉੱਧਰ ਜਿਹੜਾ ਮੈਂ ਲੈ ਚੱਲਾਂ ਤੁਹਾਨੂੰ ਫਿਰ ਅੰਮ੍ਰਿਤਸਰ ਦੇ ਇਲਾਕੇ 'ਚ ਜਿਹੜੇ ਨੌਜਵਾਨ ਘਰੋਂ ਘਰੀ ਗਏ ਸੀ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਝਿੜਕਣਾ ਕੀਤਾ। ਜਿਵੇਂ ਆਪਾਂ ਕਮਿਸ਼ਨਰਾਂ ਕੋਲੋਂ ਸੁਣਦੇ ਹਾਂ, ਬੀਬੀਆਂ ਕਹਿੰਦੀਆਂ ਤੁਸੀਂ ਸਾਡੇ ਕੱਪੜੇ ਪਾ ਲਓ, ਇੱਥੇ ਬਹਿ ਕੇ ਜਵਾਕ ਪਾ ਲਓ, ਰੋਟੀਆਂ ਪਕਾਓ, ਭਾਂਡੇ ਮਾਂਜੋ, ਅਸੀਂ ਜਾ ਕੇ ਜੰਗ ਕਰਾਂਗੀਆਂ। ਬੜੇ ਸ਼ਰਮਸ਼ਾਰ ਹੋਏ ਉਹ ਨੌਜਵਾਨ। ਹੁਣ ਕਈ ਪਿੰਡਾਂ ਦੀਆਂ ਪੰਚਾਇਤਾਂ ਮਾਝੇ 'ਚੋਂ ਇਕੱਠੀਆਂ ਹੋ ਕੇ 200-250 ਬੰਦਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦੁਆਰਾ ਮਿਲਣ ਦੇ ਵਾਸਤੇ ਚੱਲਦੇ ਆ। ਅਤੇ ਨਾਲੇ ਇਹਨਾਂ ਲੋਕਾਂ ਦੇ ਵਿੱਚ ਚੌਧਰੀ ਅਤੇ ਨੰਬਰਦਾਰ ਹੈ, ਸਰਕਾਰੀ ਬੰਦੇ ਜਿਹੜੇ ਹੁੰਦੇ ਸੀ ਪਿੰਡਾਂ 'ਚ ਪਹਿਲਾਂ, ਜਿਵੇਂ ਅੱਜ ਵੀ ਸਰਪੰਚ MLA ਸਰਕਾਰੀ ਬੰਦੇ ਆ, ਪਹਿਲਾਂ ਚੌਧਰੀ ਨੰਬਰਦਾਰ ਹੁੰਦੇ ਸੀਗੇ। ਇਹ 200-250 ਬੰਦਾ ਚੱਲਦਾ ਜਥਾ। ਅਤੇ ਇਹਨਾਂ ਦੇ ਨਾਲ ਇੱਕ ਮਾਤਾ ਹੈ ਮਾਈ ਭਾਗੋ ਭਾਗ ਪਰੀ, ਭਾਗ ਕੌਰ, ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਹੋਇਆ, ਇਹ ਵੀ ਨਾਲ ਹੈ। ਤਾਂ ਗੁਰੂ ਪਿਆਰਿਓ ਇਹ ਸਾਰਾ ਜਥਾ ਚੱਲ ਪਿਆ ਗੁਰੂ ਸਾਹਿਬ ਨੂੰ ਮਿਲਣ ਵਾਸਤੇ। ਪੁੱਛਦਾ ਪੁਛਾਉਂਦਾ ਆ ਰਿਹਾ। ਇਹਨਾਂ ਨੂੰ ਕਿਤੋਂ ਪਤਾ ਲੱਗਿਆ ਵੀ ਗੁਰੂ ਸਾਹਿਬ ਜਿਹੜੇ ਹਨ ਇਸ ਵੇਲੇ ਬਹਿਬਲ ਕਲਾਂ ਜੈਤੋ ਆਦਿ ਇਸ ਇਲਾਕੇ ਵਿੱਚ ਹਨ। ਅਤੇ ਇਹ ਜਥੇ ਨੇ ਵੀ ਉਸ ਪਾਸੇ ਨੂੰ ਚੱਲਣਾ ਸ਼ੁਰੂ ਕੀਤਾ ਅਤੇ ਅੱਗੇ ਨਗਰ ਆ ਗਿਆ ਇੱਕ ਰਾਮੇਆਣਾ, ਇਸ ਇਲਾਕੇ 'ਚ ਪੈਂਦਾ। ਇਸ ਰਾਮੇਆਣੇ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਥਾ ਪਹੁੰਚਿਆ, ਨਾਲ ਬਰਾੜਾ ਦੀ ਫੌਜ ਹੈ ਇਸ ਇਲਾਕੇ ਦੀ। ਅਤੇ ਅੱਗੋਂ ਉਹ ਆ ਗਿਆ 200-250 ਬੰਦਾ ਮਾਝੇ ਵਾਲੇ। ਇਹਨਾਂ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰੋਕਣ ਵਾਸਤੇ ਬੇਨਤੀ ਕੀਤੀ। ਗੁਰੂ ਸਾਹਿਬ ਨੇ ਪੜਾਅ ਕਰ ਲਿਆ, ਬੈਠ ਗਏ ਸਾਰੇ। ਅਤੇ ਗੁਰੂ ਪਿਆਰਿਓ ਜਿਸ ਵੇਲੇ ਪੜਾਅ ਹੋ ਗਿਆ, ਗੱਲਾਂ ਬਾਤਾਂ ਚੱਲੀਆਂ, ਉਹਨਾਂ ਦੇ ਵਿੱਚ ਕੋਈ ਜਿਹੜੇ ਚੌਧਰੀ ਨੰਬਰਦਾਰ ਬੰਦੇ ਸੀ ਨਾ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਵੀ ਤੁਸੀਂ ਕੀ ਖੱਟਿਆ ਲੜਾਈਆਂ ਕਰਕੇ। ਜਿਵੇਂ ਪਹਿਲੇ ਗੁਰੂਆਂ ਨੇ ਪਿਆਰ ਨਾਲ ਪ੍ਰਚਾਰ ਕੀਤਾ ਸਿੱਖੀ ਦਾ, ਤੁਸੀਂ ਉਵੇਂ ਪ੍ਰਚਾਰ ਕਰੋ ਟਿਕ ਕੇ। ਤੁਸੀਂ ਲੜਾਈਆਂ ਬੰਦ ਕਰ ਦਿਓ, ਅਸੀਂ ਤੁਹਾਡੀ ਔਰੰਗਜ਼ੇਬ ਨਾਲ ਸੰਧੀ ਕਰਵਾ ਦਿਆਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਹਿੰਦੇ ਓਏ ਤੁਸੀਂ ਗੁਰੂ ਬਣ ਕੇ ਆਏ ਹੋ ਕਿ ਸਿੱਖ ਬਣ ਕੇ ਆਏ ਹੋ? ਜਿਹੜਾ ਸਿੱਖ ਹੁੰਦਾ ਉਹ ਤਾਂ ਗੱਲ ਸੁਣਦਾ ਹੁੰਦਾ, ਅਤੇ ਤੁਸੀਂ ਮੈਨੂੰ ਸੁਣਾਉਣ ਲੱਗ। ਜੇ ਤੁਸੀਂ ਸੰਧੀ ਕਰਵਾਉਣੀ ਸੀ ਤੇ ਗੁਰੂ ਅਰਜਨ ਦੇਵ ਜੀ ਵੇਲੇ ਕਰਾਉਂਦੇ। ਉਸ ਵੇਲੇ ਤੁਸੀਂ ਕਿੱਥੇ ਲੁਕੇ ਸੀਗੇ ਜਦੋਂ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਸਰਕਾਰਾਂ ਦੇ ਵੱਲੋਂ ਤਸੀਹੇ ਦਿੱਤੇ ਗਏ? ਤੁਸੀਂ ਉਦੋਂ ਕਿੱਥੇ ਲੁਕੇ ਸੀ ਜਦੋਂ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ, ਨਾਲ 3 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ? ਤੁਸੀਂ ਉਦੋਂ ਜਾ ਕੇ ਰੋਕਦੇ ਔਰੰਗਜ਼ੇਬ ਨੂੰ? ਤੁਸੀਂ ਉਦੋਂ ਕਿੱਥੇ ਜਦੋਂ ਸਾਡੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਨੂੰ ਸਰਹੰਦ ਦੇ ਵਿੱਚ ਸ਼ਹੀਦ ਕੀਤਾ ਗਿਆ? ਗੱਲ ਗਰਮੋ ਗਰਮੀ ਹੋ ਗਈ। ਪਾਤਸ਼ਾਹ ਨੂੰ ਗੁੱਸਾ ਆ ਗਿਆ ਇਹਨਾਂ ਦੀ ਗੱਲ 'ਤੇ। ਇਹ ਕਹਿੰਦੇ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਅਸੀਂ ਤੁਹਾਨੂੰ ਗੁਰੂ ਨਹੀਂ ਮੰਨਦੇ।
सानू गुरु की लोड़ है, ना कि गुरु नूं साडी लोड़ है। कहो सतनाम सी, सानू गुरु की लोड़ है। जिस वेले किसी नंबरदार चौधरी के मूँह चों गल निकल गई ना, ध्यान नाल सुनने वाली है, क्योंकि वो सारे हंकारी बंदे सी, विच कुछ सरकारी बंदे सी। जिस वेले उन्हां चों किसी ने कह दिता कि असीं फिर तुहानूं गुरु नहीं मानते, ऐ तो फिर साडी सिੱਖੀ नहीं निभ सकती। कह नहीं निभदी तो ना निभे भाई, असीं तां जंग करनी, असीं बंद नहीं कर सकते। सारा कुछ साडा लुटिया पुटिया गया, आनंदपुर असीं छड्डता, परिवार साडा सारा विछड़ गया, असीं कोई संधि नहीं करनी हुण। वो कहते फिर तुहानूं गुरु नहीं मनते। पातशाह कहते नहीं मनते तो फिर आह कागज़ के उत्ते लिख दिओ बई तू साडा गुरु नहीं, असीं तेरे सिख नहीं। क्योंकि गुरु धुरों जिम्मेवारी लैके आया संसार की। जिहड़ा गुरु की गल मन्नूगा गुरु उहनूं पार लावेगा। सो सिख सखा बंध पै भाई, जे गुर के भाणे विच आवे, अपने भाणे जो चलै भाई, विछड़ चोटां खावे, बिन सतगुर सो कदे न पावे भाई, फिर पछोतावे। धन गुरु अमरदास पातशाह जी कहते, धन गुरु गोबिंद सिंह महाराज कहन लगे, जे तुसीं नहीं मैनूं गुरु मनदे तां आ पिया कागज़, इहदे उत्ते सैन कर दिओ। उत्ते लिख दित्ती पंक्ति, तू साडा गुरु नहीं, असीं तेरे सिख नहीं। जिस वेले ये वचन कहा तो उन्हां विचों कुछ कालियां ने, कुछ हंकारी लोगों ने सैन करने शुरू करते, तो उन्होंने सैन कर दिते कई लोगों ने। तो सैन करन तो बाद पातशाह ने चिट्ठी फड़ ली, वो जिसनूं असीं बेदावा कहते हैं। ये बेदावा रामेयण की धरती पर लिखा गया है, ना कि आनंदपुर दे विच लिखा गया। हाँ, आनंदपुर चों माझे दे लोग आए न गुरु गोबिंद सिंह जी के जंग चों रात नूं दुनी चंद दे नाल। ये दुनी चंद दे नाल जे लोग आए सी, उन्हां तो पता लगे माझे दे इलाके विच लोकां नूं भी ये गुरु साहब नूं छड्ड के आ गए, तो परिवार वाले लड़ते हैं भी तुसीं कलंक ला के आ गए। पर जदों दोबारा वो संधि कराउण वास्ते आए इस बहाने नाल, तां उस वेले फिर रामेयण की धरती ते बेदावा लिखा गया। तो वह बेदावा सतगुर जी ने इकट्ठा करके अपने खीसे विच पा लिया, ते बराड़ा नूं कहंदे चलो भी चल गई अगे। तो इधरों कपूरे नूं पातशाह ने सुनेहा भेजिया भी सानूं एक बंदा दे जिहड़ा सानूं रस्ता दसे। तो गुरु प्यारे उस पांधी ने उस रस्ते नूं जानन वाले, क्योंकि जंगल का इलाका सी सारा, दूर तक किते किते पिंड वसे सन, जंगल बहुता सी। ते उसने एक बंदा भेजिया जिहड़ा सतगुरां दे कोल पहुंचिया। उसने अगों चल के अगवाई की, जंगल दे विच रस्ता दस्सिया, ते उहने ये दस्सिया भी महाराज जंगल विच एक ढाब है, क्यों ना आपां वो पानी की ढाब के उत्ते जाके जंग करिए। एक तो उत्थे जंगल घना है, बेरियां मले करीर आदि बहुत कुछ है। तो वो जिहड़े सारे अपनी मोर्चेबंदी का काम करनगे, क्योंकि दुश्मन जिहड़ा आ रहा सरकारी ये तो खुले मैदान च लड़ सकता है, तो वो जिहड़ा जंगल है ना वो बड़े मदद करेगा। तो उसनूं नाल लैके धन गुरु गोबिंद सिंह जी चल पे। वो अगे अगे जा रहे हैं पातशाह जी दे नाल, रस्ता दसदा होया। जदों इधरों चौधरी उठ के तुरन लगे ना, उन्हां चों कहने माता भाग कौर जी रुक गए। उन्होंने लाहनतां पाईयां भी तुसीं बहुत माड़ी गल कीती। आ जिहड़ी चिट्ठी च लिख के देता ना, तू साडा गुरु नहीं, तेरे सिख नहीं, ये चिट्ठी रहिंदी दुनिया तक दुनिया विच पई रहूगी, ते साडे इलाके नूं लाहनतां पैणगीआं कि माझे वाले गुरु साहब नूं लिख के दे गए सी। मैं तुहाडे नाल नहीं जाना। वैसे इतिहास च भी दसदे है कि माता भाग कौर आई तां पुत्तर की दात लैन सीगी उन्हां नाल, ते नाल ही वो जथे नूं मिलाउण भी आई सी। चलो खैर, जिस वेले माता भाग कौर ने उदम किया तो भाई महा सिंह रोक गए। भाई महा सिंह ने ललकरा मारे और जाते हुए चौधरीआं नूं, कहंदे चंगा नहीं कर रहे, हुण तुसीं इह जिहड़ियां हत्थां नाल दित्तियां गंढां मूँह नाल खोलणियां पैणीआं, शाही नाल लिखिया बिदावा खून नाल धोना पैना। जद उन्होंने ताने मारे तो उन्होंने विचों रुकदियां 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 माता भाग कौर दे नाल 40 सिख रुक गए। कहो सतनाम, 5 रुके, 2 रुके, 4 रुके, इउं 40 सिख रुक गए, 40 सिंह रुक गए माझे दे, ते बाकी जे नंबरदार चौधरी सी वो चले गए।
ਹੁਣ ਗੁਰੂ ਸਾਹਿਬ ਤਾਂ ਅੱਗੇ ਨਿਕਲ ਗਏ ਆਪਣੇ ਘੋੜੇ ਤੇ ਸਵਾਰ ਹੋ ਕੇ ਬਰਾੜਾਂ ਦੀ ਫੌਜ ਲੈ ਕੇ। ਇਹ 40 ਸਿੱਖ ਤੇ ਮਾਤਾ ਭਾਗ ਕੌਰ ਜੀ ਇਹਨਾਂ ਨੇ ਸਲਾਹ ਕੀਤੀ ਵੀ ਚਲੋ ਮਗਰ ਚੱਲਦੇ ਆ, ਕਿਉਂਕਿ ਪਿਛਲੇ ਪਾਸੋਂ ਇਹਨਾਂ ਨੂੰ ਵੀ ਖੜਕਾ ਸੁਣਿਆ ਜਦੋਂ ਬਈ ਵਜੀਦਾ ਆ ਰਿਹਾ ਲਸ਼ਕਰ ਲੈ ਕੇ, ਰੌਲਾ ਰੱਪਾ ਪੈਂਦਾ ਆ ਰਿਹਾ, ਧੂੜਾਂ ਉੱਡਦੀਆਂ ਆ ਰਹੀਆਂ ਘੋੜਿਆਂ ਦੀਆਂ ਪੈਰਾਂ ਦੀਆਂ। ਤੇ ਇਸ ਜਥੇ ਨੇ ਫਿਰ ਗੁਰੂ ਸਾਹਿਬ ਦਾ ਪਿੱਛਾ ਕੀਤਾ ਵੀ ਆਪਾਂ ਗੁਰੂ ਸਾਹਿਬ ਦੀ ਮਦਦ ਕਰਨੀ ਹੈ। ਪਹਿਲਾਂ ਵਿਦਾਵੇ ਦੀ ਗੱਲ ਤਾਂ ਹੁਣ ਛੱਡੋ, ਹੁਣ ਜੰਗ ਦੇ ਵਿੱਚ ਸ਼ਹੀਦੀਆਂ ਪਾਉਣੀਆਂ ਪੈਣਗੀਆਂ। ਪਹਿਲਾਂ ਤਾਂ ਇਹ ਲਸ਼ਕਰ ਦੇ ਨਾਲ ਦੋ ਹੱਥ ਕਰਨੇ ਆਪਾਂ, ਇਹ ਲਸ਼ਕਰ ਨੂੰ ਆਪਾਂ ਜਿਉਂਦੇ ਜੀ ਗੁਰੂ ਸਾਹਿਬ ਤੱਕ ਨਹੀਂ ਜਾਣ ਦੇਣਾ। ਇਉਂ ਅੱਗੇ ਅੱਗੇ ਗੁਰੂ ਸਾਹਿਬ ਦਾ ਜਥਾ ਜਾ ਰਿਹਾ, ਪਿੱਛੇ ਪਿੱਛੇ ਭਾਈ ਮਹਾਂ ਸਿੰਘ ਮਾਤਾ ਭਾਗ ਕੌਰ ਜੋ ਮੁਖੀ ਹੈ ਜਥੇ ਦੇ 40 ਸਿੰਘਾਂ ਦੇ, ਪਿੱਛੇ ਇਹ ਜਥਾ ਜਾ ਰਿਹਾ ਤੇ ਪਿੱਛੇ ਆ ਰਿਹਾ ਗੁਰੂ ਪਿਆਰਿਓ ਵਜੀਦਾ। ਤੇ ਵਜੀਦਾ ਜਿਹੜਾ ਹੈ ਇਸ ਨੇ ਕਪੂਰੇ ਨੂੰ ਨਾਲ ਲਿਆ ਹੋਇਆ ਰਸਤਾ ਦੱਸਣ ਵਾਸਤੇ, ਪੁੱਛਣ ਵਾਸਤੇ ਵੀ ਗੁਰੂ ਸਾਹਿਬ ਕਿੱਧਰ ਗਏ, ਤੇ ਕਪੂਰਾ ਵੀ ਨਾਲ ਦੱਸਦਾ ਆ ਰਿਹਾ। ਇਉਂ ਪੈਰ ਦਬਦੇ ਦਬਦੇ ਇਹ ਮਗਰ ਆ ਰਹੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਲੈ ਕਰਕੇ ਉਹ ਕਪੂਰੇ ਦਾ ਬੰਦਾ ਜਿਹਨੇ ਰਸਤਾ ਦੱਸਿਆ ਉਹ ਗੁਰਦੁਆਰਾ ਟਿੱਬੀ ਸਰ ਸਾਹਿਬ 'ਤੇ ਲੈ ਗਿਆ। ਉੱਥੇ ਉਸਨੇ ਢਾਬ ਦਿਖਾਈ, ਖਿਦਰਾਣੇ ਦੀ ਢਾਬ ਉਹਦਾ ਨਾਮ ਸੀ। ਖਿਦਰਾਣਾ, ਰੁਪਾਣਾ ਅਤੇ ਢੰਗਾਣਾ ਇਹ 3 ਭਰਾ ਸਨ। ਤਿੰਨਾਂ ਭਰਾਵਾਂ ਦੀ ਹਜ਼ਾਰਾਂ ਕਿੱਲਾ ਜ਼ਮੀਨ ਸੀ। ਜਿੱਥੇ ਨਹਿਰਾਂ ਨਹੀਂ ਸੀ ਹੁੰਦੀਆਂ ਉੱਥੇ ਲੋਕ ਵੱਡੇ ਡੂੰਘੇ ਟੋਹੇ ਪੱਟਦੇ, ਜਿਹਨੂੰ ਆਪਾਂ ਛੱਪੜ ਢਾਬਾਂ ਕਹਿ ਦਿੰਦੇ ਹਾਂ, ਤਲਾਅ ਕਹਿ ਦਿੰਦੇ ਹਾਂ, ਸਰੋਵਰ ਕਹਿਣ ਲੱਗ ਪਏ ਅੱਜ ਕੱਲ੍ਹ ਆਪਾਂ। ਤਾਂ ਇੱਕ ਵੱਡੀ ਢਾਹ ਪੱਟੀ ਹੋਈ ਸੀ ਮੀਂਹਾਂ ਦਾ ਪਾਣੀ ਇਕੱਠਾ ਕਰਨ ਵਾਸਤੇ, ਜਿਹਨੂੰ ਲੋੜ ਪੈਣ 'ਤੇ ਵਰਤਿਆ ਜਾਂਦਾ ਸੀ। ਉਹ ਖਿਦਰਾਣੇ ਦੇ ਖੇਤਾਂ ਵਿੱਚ ਢਾਬ ਸੀ। ਤਾਂ ਖਿਦਰਾਣੇ ਦੀ ਉਹ ਢਾਬ ਵੱਜਦੀ ਸੀ ਅਤੇ ਉਸ ਢਾਬ 'ਤੇ ਜਾ ਕੇ ਫਿਰ ਸਿੰਘਾਂ ਨੇ ਕਬਜ਼ਾ ਕੀਤਾ। ਜਿਸ ਵੇਲੇ ਉਹ ਢਾਬ 'ਤੇ ਗਏ ਅਤੇ ਸਤਿਗੁਰਾਂ ਨੂੰ ਬਰਾੜਾ ਨੇ ਕਿਹਾ, ਮਹਾਰਾਜ ਤੁਸੀਂ ਕਿੱਥੇ ਆਸਣ ਲਾਉਣਾ? ਕਹਿੰਦੇ ਅਸੀਂ ਉੱਚੇ ਥਾਂ 'ਤੇ ਆਸਣ ਲਾਉਣਾ ਅਤੇ ਸਾਹਮਣੇ ਗੁਰਦੁਆਰਾ ਟਿੱਬੀ ਸਾਹਿਬ ਹੈ। ਉਹ ਟਿੱਬੀ ਸਾਹਿਬ ਦੇ ਉੱਤੇ ਪਾਤਸ਼ਾਹ ਜੀ ਦਾ ਮੋਰਚਾ ਲਾਇਆ ਗਿਆ। ਪਾਤਸ਼ਾਹ ਜੀ ਨੇ ਆਸਣ ਲਾ ਲਿਆ ਅਤੇ ਹੇਠਲੇ ਪਾਸੇ ਬਰਾੜਾ ਨੇ ਲਾ ਲਿਆ ਅਤੇ ਉਦੋਂ ਉਰੇ ਢਾਬ ਦੇ ਆਸੇ ਪਾਸੇ ਇਹਨਾਂ 40 ਸਿੰਘਾਂ ਨੇ ਕਬਜ਼ਾ ਕਰ ਲਿਆ। ਅਤੇ ਜਿਹੜਾ ਇਹ ਵਜੀਦੇ ਦਾ ਲਸ਼ਕਰ ਸੀਗਾ, ਵਜੀਦੇ ਦੀ ਫੌਜ ਸੀ, ਇਹ ਵੀ ਆ ਰਹੀ ਆ, ਮਾਰੋ ਮਾਰ ਕਰਦੀ ਨੇੜੇ ਪਹੁੰਚੀ ਆ। ਸਿੰਘਾਂ ਨੇ ਫਿਰ ਇੱਕ ਜੁਗਤੀ ਵਰਤੀ ਦੁਸ਼ਮਣ ਨੂੰ ਡਰਾਉਣ ਵਾਸਤੇ। ਕਹਿੰਦੇ ਜਿਹੜੇ ਮਲੇ ਅਤੇ ਬੇਰੀਆਂ ਵੱਡੇ ਵੱਡੇ ਸਨ ਉਹਨਾਂ ਉੱਤੇ ਇਹਨਾਂ ਨੇ ਆਪਣੇ ਚਾਦਰਾਂ ਵਗੈਰਾ ਵੱਡੇ ਵੱਡੇ ਕੱਪੜੇ ਇਉਂ ਪਾ ਦਿੱਤੇ ਜਿਵੇਂ ਦੂਰੋਂ ਦੁਸ਼ਮਣ ਨੂੰ ਵੇਖਣ ਨੂੰ ਐਂ ਲੱਗੇ ਜਿਵੇਂ ਬਹੁਤ ਫੌਜ ਹੈ ਗੁਰੂ ਸਾਹਿਬ ਦੇ ਨਾਲ, ਤਾਂ ਵੀ ਤੰਬੂ ਲੱਗੇ ਪਏ ਇੱਥੇ ਤਾਂ। ਅਤੇ ਇਸ ਤਰ੍ਹਾਂ ਦਾ ਭੁਲੇਖਾ ਪਾਇਆ ਗਿਆ। ਖੈਰ ਦੁਸ਼ਮਣ ਨੇ ਆ ਕੇ ਜੰਗ ਸ਼ੁਰੂ ਕੀਤਾ। ਪਹਿਲਾਂ 40 ਸਿੰਘਾਂ ਨੇ ਮੋਰਚੇ ਵਿੱਚ ਰਹਿ ਕੇ ਬੰਦੂਕਾਂ ਚਲਾਉਣੀਆਂ ਸ਼ੁਰੂ ਕੀਤੀਆਂ। ਇਹਨਾਂ ਨੇ ਵੀ ਬੰਦੂਕਾਂ ਚਲਾਈਆਂ। ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਕਾਫੀ ਸਮਾਂ ਬੰਦੂਕਾਂ ਨਾਲ ਲੜਾਈ ਹੁੰਦੀ ਰਹੀ, ਤੀਰਾਂ ਨਾਲ ਹੁੰਦੀ ਰਹੀ, ਅਤੇ ਅਖੀਰ ਉਸ ਮਲਿਆਂ ਦੇ ਓਹਲੇ 'ਚੋਂ, ਬੇਰੀਆਂ ਦੇ ਓਹਲੇ 'ਚੋਂ 2 ਸਿੰਘ ਨਿਕਲੇ ਅਤੇ ਉਹਨਾਂ ਨੇ ਬਾਹਰ ਨਿਕਲ ਕੇ ਲੜਾਈ ਕੀਤੀ ਲਸ਼ਕਰ ਵਿੱਚ ਵੜ ਕੇ, ਅਤੇ ਬੇਅੰਤ ਲਸ਼ਕਰ ਵੱਢਣਾ ਸ਼ੁਰੂ ਕੀਤਾ। ਔਰ ਇਸ ਤਰ੍ਹਾਂ ਜਦੋਂ ਉਹਨਾਂ ਬੇਅੰਤ ਲਸ਼ਕਰ ਨੂੰ ਵੱਢਿਆ ਅਤੇ ਗੁਰੂ ਪਿਆਰਿਓ ਜਦੋਂ ਸ਼ਹੀਦੀਆਂ ਪਾ ਗਏ, ਫਿਰ ਮੋਰਚੇ ਦੇ ਵਿੱਚੋਂ 5 ਸਿੰਘਾਂ ਨੇ ਨਿਕਲ ਨਾ ਕੀਤਾ। ਜੇ ਬਾਕੀ ਦੇ ਮੋਰਚਿਆਂ ਵਿੱਚ ਖੜ੍ਹ ਕੇ ਗੋਲੀਆਂ ਤੀਰ ਆਦਿ ਚਲਾਉਂਦੇ ਰਹੇ, ਪਰ 5 ਸਿੰਘ ਨਿਕਲ ਕੇ ਆ ਕੇ ਇਹਨਾਂ ਦੇ ਲਸ਼ਕਰ ਵਿੱਚ ਇਉਂ ਵੜ ਗਏ ਜਿਵੇਂ ਕੋਈ ਹਿਰਨਾਂ ਦੇ ਵੱਗ ਵਿੱਚ, ਹਿਰਨਾਂ ਦੀ ਡਾਰ ਵਿੱਚ ਸ਼ੇਰ ਵੜ ਜਾਵੇ। ਅਤੇ ਗੁਰੂ ਪਿਆਰਿਓ ਇਹਨਾਂ ਦੇ ਵੜ ਵੜ ਕੇ ਟੋਟੇ ਇੰਨੇ ਪਾਏ ਕੀਤੇ, ਇੰਨੇ ਕੀਤੇ ਕਿ ਵਜੀਦਾ ਘਬਰਾ ਗਿਆ। ਪਰ ਡਰਦੇ ਸੀਗੇ ਗਾਹਾਂ ਫੌਜ ਪਤਾ ਨਹੀਂ ਕਿੰਨੀ ਕੁ ਹੈ, ਕਿਉਂਕਿ ਮਲਿਆਂ ਉੱਤੇ ਚਾਦਰੇ ਅਤੇ ਹੋਰ ਵੱਡੇ ਵੱਡੇ ਕੱਪੜੇ ਪਾਏ ਹੋਏ ਸਨ। ਇਹ ਵੇਖ ਕਰਕੇ ਡਰਦੇ ਬੜੇ ਸੀ। ਵਜੀਦੇ ਦੇ ਲਸ਼ਕਰ ਅੱਗੇ ਨਹੀਂ ਸੀ ਵੱਧ ਰਹੇ, ਉੱਥੇ ਖੜ੍ਹ ਕੇ ਲੜਾਈ ਕਰ ਰਹੇ ਸੀ। ਪਰ ਸਿੰਘ ਜਿਹੜੇ ਹਨ ਉਹਨਾਂ ਮੋਰਚਿਆਂ ਦੇ ਵਿੱਚੋਂ ਪਹਿਲਾਂ 2 ਨਿਕਲੇ, ਫਿਰ 5 ਨਿਕਲੇ, ਫਿਰ ਗੁਰੂ ਪਿਆਰਿਓ 11 ਸਿੰਘ ਫਿਰ ਨਿਕਲੇ। ਇਸ ਤਰ੍ਹਾਂ ਥੋੜ੍ਹੀ ਥੋੜ੍ਹੀ ਕਰਕੇ ਸਿੰਘ ਨਿਕਲਦੇ ਹੈ ਅਤੇ ਦੁਸ਼ਮਣ ਦੇ ਵਿੱਚ ਇਉਂ ਵੜ ਜਾਂਦੇ ਹੈ ਜਿਵੇਂ ਸ਼ੇਰ ਗੁਰੂ ਪਿਆਰਿਓ ਪਾੜ ਪਾੜ ਕੇ ਸਿੱਟਦਾ ਮਿਰਗਾਂ ਨੂੰ, ਡਾਰਾਂ ਨੂੰ, ਇੱਜੜਾਂ ਨੂੰ। ਤਾਂ ਗੁਰੂ ਪਿਆਰਿਓ ਜਿਸ ਵੇਲੇ ਇਹ ਲੜਦੇ ਲੜਦੇ ਥੱਕ ਗਏ, ਇਹਨਾਂ ਨੂੰ ਪਾਣੀ ਨਹੀਂ ਲੱਭਦਾ। ਜਦ ਇਹ ਪਾਣੀ ਮੰਗਦੇ ਹੈ ਅਤੇ ਪਾਣੀ ਅੱਗੇ ਸਿੰਘਾਂ ਦੇ ਕੋਲੇ ਢਾਬ ਨੱਪੀ ਹੋਈ ਹੈ, ਢਾਬ ਰੋਕੀ ਹੋਈ ਹੈ, ਢਾਬ ਤੱਕ ਕੇ ਪਹੁੰਚਣ ਦਿੰਦੇ ਸਿੰਘ ਇਸ ਨੂੰ। ਅਤੇ ਅਖੀਰ ਗੁਰੂ ਪਿਆਰਿਓ ਜਿਹੜੇ ਉੱਧਰਲੇ ਸਿੰਘ ਸੀ ਸਾਰੇ 40 ਦੇ 40, ਇਹ ਅੱਗੇ ਵੱਧ ਕੇ ਦੁਸ਼ਮਣਾਂ ਨੂੰ ਮਾਰਦੇ ਹੋਏ ਸ਼ਹੀਦੀਆਂ ਪਾ ਜਾਂਦੇ ਆ।
4-5 ਜਥਿਆਂ ਦੇ ਰੂਪ ਵਿੱਚ ਸਿੰਘਾਂ ਨੇ ਆ ਕੇ ਲੜਾਈ ਕੀਤੀ। ਤਾਂ ਮਾਤਾ ਭਾਗ ਕੌਰ ਜੀ ਇਹ ਵੀ ਵਿੱਚੇ ਸਨ। ਇਹਨਾਂ ਨੇ ਸਾਂਗ ਦੇ ਨਾਲ ਲੜਾਈ ਕੀਤੀ। ਇਹਨਾਂ ਨੇ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰਨਾ ਕੀਤਾ। ਅਖੀਰ ਗੁਰੂ ਪਿਆਰਿਓ ਵਜੀਦਾ ਕਪੂਰੇ ਨੂੰ ਕਹਿੰਦਾ ਹੈ ਕਿ ਮੈਨੂੰ ਐਂ ਦੱਸ ਯਾਰ ਪਾਣੀ ਕਿੱਥੇ ਮਿਲੇਗਾ। ਕਪੂਰਾ ਕਹਿੰਦਾ ਜੇ ਸਾਹਮਣੇ ਜਾਓਗੇ ਤਾਂ 3 ਕੋਹ ਤੇ ਪਾਣੀ ਆ ਜਿੱਥੇ ਸਿੰਘ ਬੈਠੇ ਆ, ਤੇ ਜੇ ਬੈਕ ਜਾਓਗੇ ਤੇ 10 ਕੋਹ ਤੇ ਪਾਣੀ ਹੈਗਾ। ਹੁਣ ਤੁਸੀਂ ਦੇਖੋ ਕਿੱਧਰ ਨੂੰ ਜਾਣਾ। ਕਹਿੰਦਾ ਯਾਰ ਗਾਹਾਂ ਪਤਾ ਨਹੀਂ ਕਿੰਨੇ ਸਿੰਘ ਹੋਣਗੇ, ਗਾਹਾਂ ਨਹੀਂ ਵਧਿਆ ਜਾਂਦਾ। ਹੁਣ ਇਹ ਤਾਂ ਬੜਾ ਨੁਕਸਾਨ ਕਰਤਾ ਮੇਰੀ ਫੌਜ ਦਾ। ਤੇ ਨਾਲੇ ਲੱਗਦਾ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ ਹੋਣਾ, ਹੁਣ ਸ਼ਾਂਤੀ ਹੋ ਗਈ ਆ, ਹੁਣ ਦਿਸਦਾ ਨਹੀਂ ਕੋਈ। ਪਰ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਇਹਨਾਂ ਦਾ ਜ਼ੋਰ ਪੈਂਦਾ ਸੀਗਾ ਟਿੱਬੀ ਤੋਂ ਤੀਰ ਛੱਡਦੇ ਤੇ ਉਹਨਾਂ ਦਾ ਇੱਕ ਇੱਕ ਤੀਰ ਇਹਨਾਂ ਦੇ ਬੇਅੰਤ ਫੌਜ ਦਾ ਖਾਤਮਾ ਕਰਦਾ। ਵਜੀਦਾ ਤੇ ਵਜੀਦੇ ਦੀ ਫੌਜ ਧਿਆਈ ਮਰਦੀ ਹੋਈ ਕਪੂਰੇ ਨੂੰ ਪੁੱਛਦੀ ਹੈ ਪਾਣੀ ਬਾਰੇ, ਤੇ ਕਪੂਰਾ ਕਹਿਣ ਲੱਗਿਆ ਪਿੱਛੇ 10 ਕੋਹ ਤੇ ਪਾਣੀ ਮਿਲੇਗਾ। ਫਿਰ ਤੇ ਕਪੂਰਾ ਕਹਿਣ ਲੱਗਿਆ ਜਿਹੜੇ ਮੇਰੇ ਆਪਣਾ ਵਜੀਦਾ ਕਹਿੰਦਾ ਜਰਨੈਲ ਮਾਰੇ ਗਏ, ਜਿਹੜੇ ਫੌਜ ਦੇ ਜਰਨੈਲ ਮਾਰੇ ਗਏ ਸਾਡੇ, ਉਹਨਾਂ ਨੂੰ ਦਫਨਾਉਣਾ ਹੈ। ਤੇ ਕਪੂਰਾ ਕਹਿਣ ਲੱਗਿਆ ਦਫਨਾਉਂਦਾ ਦਫਨਾਉਂਦਾ ਤੂੰ ਆ ਜਿਹੜੇ ਜਿਉਂਦੇ ਬੱਚੇ ਆ ਧਿਆਏ ਮਰਦੇ ਇਹ ਵੀ ਮਾਰ ਲੇਗਾ, ਪਹਿਲਾਂ ਇਹਨਾਂ ਨੂੰ ਪਾਣੀ ਪਿਆ ਲਿਜਾ ਕੇ ਕਿਤੇ, ਦੇਖੀ ਜਾਊਗੇ ਜਿਹੜੇ ਮਰ ਗਏ ਉਹ ਤਾਂ ਮਰ ਗਏ ਹੁਣ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਵਜੀਦਾ ਆਪਣਾ ਬੇਅੰਤ ਲਸ਼ਕਰ ਮਰਵਾ ਕਰਕੇ ਉੱਥੋਂ ਵਾਪਸ ਨਿਕਲਦਾ ਤੇ ਵਾਪਸ ਚੱਲ ਪੈਂਦਾ, ਤੇ ਨਾਲ ਹੀ ਕਪੂਰਾ ਮੁੜ ਕੇ ਚਲਿਆ ਜਾਂਦਾ। ਇੱਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਟਿੱਬੀ ਸਾਹਿਬ ਤੋਂ ਫਿਰ ਥੱਲੇ ਆਉਂਦੇ ਆ। ਜਦੋਂ ਇੱਧਰ ਜੰਗ ਰੁਕ ਗਿਆ ਉੱਥੇ ਆਉਂਦੇ ਆ ਤੇ ਆ ਕੇ ਕੀ ਵੇਖਦੇ ਆ ਵੀ ਇਹ ਜਿਹੜੇ ਵਿਚਾਲੇ ਜਥਾ ਆ ਗਿਆ ਇਹ ਕੌਣ ਸੀ। ਪਤਾ ਤਾਂ ਸੀਗਾ ਕਿਉਂਕਿ ਗੁਰੂ ਪਿਆਰਿਓ ਅਣਕ ਵਾਰ ਝਿੜਕੇ ਬਹੁ ਭਾਂਤੀ ਬੌੜ ਪਿਤਾ ਗੱਲ ਆਵੇ। ਭਾਵੇਂ ਪਿਤਾ ਪੁੱਤਰ ਦੀ ਲੜਾਈ ਹੁੰਦੀ ਆ ਪਰ ਅਖੀਰ ਪਿਤਾ ਨੂੰ ਉਡੀਕ ਹੁੰਦੀ ਹੈ ਕਿ ਇੱਕ ਦਿਨ ਮੇਰਾ ਪੁੱਤਰ ਘਰ ਮੁੜ ਕੇ ਆਵੇਗਾ। ਅੱਜ ਵੀ ਸਾਨੂੰ ਸ਼ਾਇਦ ਗੁਰੂ ਗੋਬਿੰਦ ਸਿੰਘ ਉਡੀਕਦੇ ਆ ਜਿਹੜੇ ਆਪਾਂ ਬੇਦਾਵਾ ਦੇ ਫਿਰਦੇ ਆ, ਸਿੱਖੀ ਤੋਂ ਮਨੁੱਕਰ ਹੋਏ ਵੇ ਆ। ਗੁਰੂ ਸਾਹਿਬ ਸਾਡੀ ਵੀ ਉਡੀਕ ਰੱਖਦੇ ਆ, ਕਹਿੰਦੇ ਸਿੱਖੋ ਮੈਂ ਤੁਹਾਨੂੰ 60 ਸਾਲ ਤੱਕ ਉਡੀਕਾਂਗਾ, 60 ਸਾਲ ਤੱਕ ਮੇਰੇ ਹਜ਼ੂਰ ਆ ਜਾਓ, ਮੇਰੇ ਪੁੱਤਰ ਬਣ ਜਾਓ। ਖੈਰ ਧੰਨ ਗੁਰੂ ਗੋਬਿੰਦ ਸਿੰਘ ਜੀ ਟਿੱਬੀ ਸਾਹਿਬ ਤੋਂ ਥੱਲੇ ਆਉਂਦੇ ਆ ਤੇ ਥੱਲੇ ਆ ਕਰਕੇ ਜਦੋਂ ਉੱਥੇ ਆਉਂਦੇ ਆ ਜਿੱਥੇ ਜੰਗ ਹੋ ਰਹੀ ਸੀ ਗਹਿਗੱਚ, ਕੀ ਦੇਖਦੇ ਆ ਇਹ ਤਾਂ ਉਹ ਮਾਝੇ ਵਾਲੇ ਸਿੰਘ ਲੱਗਦੇ ਆ। ਫਿਰ ਪਾਤਸ਼ਾਹ ਜੀ ਉਹਨਾਂ ਨੂੰ ਦੇਖਣ ਲੱਗੇ, ਕਿਸੇ ਦਸਤਾਰ ਖੁੱਲ੍ਹੀ ਆ, ਮੁੱਖ ਝਾੜ ਕੇ ਮੁੱਖ ਪੂੰਝ ਕੇ ਦਸਤਾਰ ਲਪੇਟਦੇ ਆ, ਔਰ ਜਿੰਨਾ ਕੋਈ ਸਿੰਘ ਗਾਹਾਂ ਵੱਧ ਕੇ ਲੜੇ ਆ, ਜਿਹਦੇ ਕੋਲੇ ਬੇਅੰਤ ਮੁਸਲਮਾਨ ਵੱਡੇ ਪਏ ਨੇ, ਤੁਰਕ ਵੱਡੇ ਪਏ ਨੇ, ਤੇ ਸਤਿਗੁਰੂ ਉਹਨਾਂ ਨੂੰ ਵਰ ਦੇਣ ਲੱਗੇ ਇਹ ਮੇਰਾ 10,000 ਹੀ ਸਿੱਖ ਹੈ, ਮਤਲਬ 10,000 ਫੌਜ ਦਾ ਜਰਨੈਲ, ਇਹ ਮੇਰਾ 20,000 ਹੀ ਸਿੰਘ ਹੈ, ਇਹ ਮੇਰਾ 30,000 ਹੀ ਜਥੇਦਾਰ ਹੈ। ਇਉਂ ਲੱਭਦੇ ਲੱਭਦੇ ਵੇਖ ਰਹੇ ਆ ਕੋਈ ਜਿਉਂਦਾ ਮਿਲ ਜੇ ਇਹਨਾਂ 'ਚੋਂ, ਤੇ ਲੱਭਦਿਆਂ ਉਹਨਾਂ ਨੂੰ ਇੱਕ ਸਿੰਘ ਮਿਲੇ ਆ ਜਿਹਦੇ ਸਾਹ ਚੱਲ ਰਹੇ ਸੀ। ਪਾਤਸ਼ਾਹ ਝੱਟ ਉਹਦੇ ਸਿਰਹਾਣੇ ਬੈਠ ਗਏ, ਸਿੰਘ ਨੂੰ ਕਹਿੰਦੇ ਪਾਣੀ ਲਿਆਓ, ਔਰ ਗੁਰੂ ਪਿਆਰੂ ਸਤਿਗੁਰਾਂ ਨੇ ਉਹ ਸਿੰਘ ਦਾ ਸਿਰ ਚੱਕ ਕੇ ਆਪਣੀ ਗੋਦ ਵਿੱਚ ਰੱਖਿਆ, ਉਹਦਾ ਮੁੱਖ ਪੂੰਝੇ ਆਪਣੇ ਰੁਮਾਲ ਦੇ ਨਾਲ, ਪਰਨੇ ਦੇ ਨਾਲ, ਔਰ ਸਿੰਘ ਦੇ ਕੋਲੋਂ ਲੈ ਕਰਕੇ ਜਲ ਉਹਦੇ ਮੁੱਖ ਵਿੱਚ ਪਾਇਆ। ਤੇ ਪਾਤਸ਼ਾਹ ਕਹਿੰਦੇ ਮਹਾਂਸਿਆਂ ਅੱਖਾਂ ਖੋਲ। ਅੱਖਾਂ ਉਹਨੇ ਖੋਲੀਆਂ, ਅੱਖਾਂ ਫਿਰ ਬੰਦ ਹੋ ਗਈਆਂ। ਪਾਤਸ਼ਾਹ ਕਹਿੰਦੇ ਮਹਾਂਸਿਆਂ ਅੱਖਾਂ ਖੋਲ। ਕਹਿੰਦਾ ਮਹਾਰਾਜ ਮੈਂ ਤੁਹਾਡੇ ਨਾਲ ਕਿਵੇਂ ਅੱਖਾਂ ਮਿਲਾਵਾਂ, ਅਸੀਂ ਤੁਹਾਡੇ ਸਿੱਖ ਨਹੀਂ ਰਹੇ, ਅਸੀਂ ਬੇਦਾਵਾ ਲਿਖ ਕੇ ਆ ਗਏ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਤੂੰ ਅੱਖਾਂ ਖੋਲ। ਉਹਨੇ ਅੱਖਾਂ ਖੋਲੀਆਂ। ਪਾਤਸ਼ਾਹ ਕਹਿਣ ਲੱਗੇ ਬੋਲ ਤੈਨੂੰ ਕੀ ਚਾਹੀਦਾ। ਕਹੇ ਤਾਂ ਮੈਂ ਤੇਰਾ ਲੰਬਾ ਜੀਵਨ ਕਰਦੇ ਆ, ਤੈਨੂੰ ਹੋਰ ਸਮਾਂ ਦੇ ਦਿਆਂ ਜਿਉਣ ਦਾ। ਕਹਿੰਦੇ ਨਹੀਂ ਮਹਾਰਾਜ ਮੈਂ ਜਿਉਣਾ ਨਹੀਂ ਚਾਹੁੰਦਾ ਹੁਣ। ਫਿਰ ਹੋਰ ਦੇਸ਼ ਦਾ ਰਾਜਾ ਬਣਾ ਦਿਆਂ, ਤਖਤੋਂ ਤਾਜ ਦੇ ਦਿਆਂ ਤੈਨੂੰ। ਕਹਿੰਦੇ ਨਹੀਂ ਮਹਾਰਾਜ ਮੈਨੂੰ ਕੁਛ ਨਹੀਂ ਚਾਹੀਦਾ। ਪਾਤਸ਼ਾਹ ਕਹਿੰਦੇ ਮੈਂ ਤੈਨੂੰ ਕੁਛ ਦੇਣਾ ਚਾਹੁੰਦਾ ਤੇ ਤੂੰ ਮੰਗ ਮੈਥੋਂ। ਜਿੰਨਾ ਚਿਰ ਤੂੰ ਮੈਥੋਂ ਮੰਗਦਾ ਨਹੀਂ, ਜਿੰਨਾ ਚਿਰ ਮੈਂ ਤੈਨੂੰ ਦੇ ਨਹੀਂ ਦਿੰਦਾ, ਉਹਨਾਂ ਚਿਰ ਮੈਨੂੰ ਵੀ ਸ਼ਾਂਤੀ ਨਹੀਂ ਆਉਂਦੀ। ਜਦ ਭਾਈ ਮਹਾਂ ਸਿੰਘ ਨੇ ਵੇਖਿਆ ਕਿ ਗੁਰੂ ਸਾਹਿਬ ਹੁਣ ਮੇਰੇ 'ਤੇ ਖੁਸ਼ ਹੋ ਗਏ, ਟੁੱਟ ਗਏ ਹਨ, ਤੇ ਭਾਈ ਮਹਾਂ ਸਿੰਘ ਜੀ ਕਹਿੰਦੇ ਜੇ ਤੁਸੀਂ ਬਹੁਤੇ ਤਰੁੱਠੇ ਹੋ, ਬਹੁਤੇ ਖੁਸ਼ ਹੋ, ਤੇ ਮਹਾਰਾਜ ਉਹ ਬੇਦਾਵਾ ਕਿੱਥੇ ਆ, ਉਹ ਚਿੱਠੀ ਕਿੱਥੇ ਆ। ਕਹਿੰਦੇ ਕਿਉਂ, ਬਸ ਟੁੱਟੀ ਗੰਢ ਲਓ ਮਹਾਰਾਜ। ਪਾਤਸ਼ਾਹ ਕਹਿੰਦੇ ਟੁੱਟੀ ਹੁੱਟੀ ਤੂੰ ਉਹਨਾਂ ਦੀ ਗੱਲ ਛੱਡ, ਚੌਧਰੀਆਂ ਨੰਬਰਦਾਰਾਂ ਦੀ, ਤੂੰ ਆਪ ਦੀ ਗੱਲ ਕਰ। ਕਹਿੰਦੇ ਨਹੀਂ ਮਹਾਰਾਜ ਜਿੰਨੇ ਮੇਰੇ ਸਾਥੀ ਮੇਰੇ ਨਾਲ ਸ਼ਹੀਦ ਹੋਏ ਨਾ ਕਿ ਇਹਨਾਂ ਨੂੰ ਸੱਚਖੰਡ ਪ੍ਰਵੇਸ਼ ਨਹੀਂ ਮਿਲ ਰਿਹਾ,
ਕਿਰਪਾ ਕਰਕੇ ਉਹ ਬੇਦਾਵਾ ਪਾੜ ਕੇ ਸਾਨੂੰ ਦੁਬਾਰੇ ਚਰਨੀ ਲਾਓ। ਜਿਵੇਂ ਤੀਜੇ ਪਾਤਸ਼ਾਹ ਨੇ ਆਪਣੇ ਆਨੰਦ ਸਾਹਿਬ ਵਿੱਚ ਲਿਖਿਆ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਨਾਏ। ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਤੋ ਇਸ ਤਰ੍ਹਾਂ ਗੁਰੂ ਪਿਆਰਿਓ ਕਹਿੰਦੇ ਧੰਨ ਗੁਰੂ ਨਾਨਕ ਨੇ ਵਿਛੜਿਆ ਮੂਲਾ ਖੱਤਰੀ, ਮੂਲੇ ਖੱਤਰੀ ਨੂੰ ਮਿਲਣਗੇ ਪਾਤਸ਼ਾਹ ਪਿਆਰ ਨਾਲ। ਘਰ ਵਾਲੀ ਕਹਿੰਦੀ ਘਰੇ ਹੈ ਨਹੀਂ ਬਾਬਾ ਉਹ। ਪਾਤਸ਼ਾਹ ਕਹਿੰਦੇ ਨਹੀਂ ਹੋਣਾ, ਉਹ ਮਰ ਗਿਆ ਉਦੋਂ ਹੀ। ਮੁੜ ਕੇ ਜਦ ਅੰਦਰੋਂ ਬੁਲਾਉਣ ਗਈ, ਲੁਕੋ ਕੇ ਬਿਠਾਤਾ ਸੀ ਜਾਣ ਕੇ। ਕਹਿੰਦੀ ਸਾਧ ਪਹਿਲਾਂ ਤੈਨੂੰ ਨਾਲ ਲੈ ਗਿਆ ਸੀ, ਫਿਰ ਲੈ ਜਾਊਗਾ। ਜਦ ਸੱਦਣ ਗਈ ਆ ਜਾ, ਕਹਿੰਦੀ ਗਿਆ ਸਾਧ, ਪਰ ਗਾਹ ਉਹਦੇ ਸੱਪ ਲੜ ਗਿਆ, ਉਹ ਤੜਫੀ ਜਾਵੇ। ਰੌਲਾ ਪਾਇਆ, ਆਂਢੀ ਗੁਆਂਢੀ ਸੱਦੇ, ਮੰਜੇ ਤੇ ਪਾਇਆ। ਚਾਜ ਮੰਜਾ ਚੱਕਿਆ, ਭੱਜੇ ਮਗਰ ਬਾਬੇ ਨਾਨਕ ਦੇ। ਬਾਬਾ ਨਾਨਕ ਬਾਹਰ ਬੈਠਾ ਸੀ ਫਿਰਨੀ ਤੇ। ਕਹਿੰਦੀ ਜੀ ਬਚਾਓ ਬਚਾਓ। ਕਿਉਂ, ਕੀ ਹੋ ਗਿਆ ਭਾਈ? ਕਹਿੰਦੀ ਜੀ ਮੇਰਾ ਘਰਵਾਲਾ ਮਰ ਗਿਆ। ਇਹ ਕਿੱਥੇ ਸੀਗਾ? ਜੀ ਘਰੇ ਹੀ ਸੀਗਾ। ਕਹਿੰਦੇ ਹੁਣ ਤਾਂ ਘਰੇ ਹੈ ਨਹੀਂ ਗਾ, ਭਾਵ ਜ਼ਹਿਰ ਚੜ ਗਿਆ, ਮੌਤ ਹੋ ਚੁੱਕੀ ਆ, ਹੁਣ ਤਾਂ ਇਹ ਸਰੀਰ 'ਚ ਹੈ ਨਹੀਂ ਗਾ। ਹੁਣ ਤੈਨੂੰ 10ਵੇਂ ਜਾਮੇ ਬਚਾਵਾਂਗੇ। ਕਹੋ ਸਤਨਾਮ ਸੀ। ਉਹ ਮੂਲਾ ਖੱਤਰੀ 10ਵੇਂ ਜਾਮੇ ਪਾਤਸ਼ਾਹ ਜੀ ਨੇ ਹਜੂਰ ਸਾਹਿਬ ਦੇ ਇਲਾਕੇ 'ਚੋਂ ਲੱਭਿਆ ਅਤੇ ਉਹਦੀ ਮੁਕਤੀ ਕੀਤੀ। ਖੈਰ, ਜੇ ਅੱਜ ਭਾਈ ਮਹਾਂ ਸਿੰਘ ਉਹ ਵਿਦਾਵਾ ਨਾ ਪੜਵਾਉਂਦਾ, ਅੱਜ ਦਾ ਦਿਨ ਜੇ ਭਾਈ ਮਹਾਂ ਸਿੰਘ ਜੀ ਵਿਦਾਵਾ ਨਾ ਪੜਵਾਉਂਦੇ ਤਾਂ ਰਹਿੰਦੀ ਦੁਨੀਆ ਤੱਕ ਉਹ ਵਿਦਾਵਾ ਕਿਹਨੇ ਪਾੜਨਾ ਸੀ ਮੁੜ ਕੇ? ਕਹੋ ਸਤਨਾਮ ਸੀ। ਤਾਂ ਮਾਝੇ ਦੇ ਇਲਾਕੇ ਨੂੰ ਐਸਾ ਕਲੰਕ ਲੱਗ ਗਿਆ ਸੀਗਾ, ਦਾਗ ਲੱਗ ਗਿਆ ਸੀ, ਜਿਹੜਾ ਰਹਿੰਦੀ ਦੁਨੀਆ ਤੱਕ ਧੋਤਾ ਨਹੀਂ ਸੀ ਜਾਣਾ। ਜਦ ਬਾਰ-ਬਾਰ ਗੁਰੂ ਸਾਹਿਬ ਕਹਿੰਦੇ ਆ ਮਹਾਂ ਸਿਆ ਟੁੱਟੀ ਹੁੱਟੀ ਛੱਡ ਉਸ ਗੱਲ ਨੂੰ, ਤੂੰ ਆਪਦੇ ਵਾਸਤੇ ਮੰਗ। ਕਹਿੰਦਾ ਮੈਨੂੰ ਮੇਰੇ ਵਾਸਤੇ ਕੁਛ ਨਹੀਂ ਚਾਹੀਦਾ, ਮੇਰੇ ਦੇਸ਼ ਨੂੰ ਦੁਬਾਰੇ ਚਰਨੀ ਲਾਓ ਮਹਾਰਾਜ, ਮੈਨੂੰ ਤਾਂ ਸ਼ਾਂਤੀ ਆਊਗੀ, ਨਹੀਂ ਤਾਂ ਮੇਰੀ ਜਾਨ ਵੀ ਨਹੀਂ ਨਿਕਲਣੀ ਉਹਨਾਂ ਚਿਰ। ਗੁਰੂ ਸਾਹਿਬ ਕਹਿਣ ਲੱਗੇ ਮਹਾਂ ਸਿਆ ਚੱਲ ਫਿਰ, ਬਹੁਤ ਚੰਗੀ ਗੱਲ ਹੈ, ਤੂੰ ਆਪਦੇ ਵਾਸਤੇ ਕੁਛ ਨਹੀਂ ਮੰਗਿਆ, ਇਹ ਪਰਉਪਕਾਰ ਹੈ ਬਹੁਤ ਵੱਡਾ। ਤੂੰ ਆਪਣੇ ਦੇਸ਼ ਦੇ ਵਿੱਚ ਸਿੱਖੀ ਰੱਖ ਲਈ ਹੈ ਦੁਬਾਰਾ। ਮੈਂ ਵੀ ਚਾਹੁੰਦਾ ਸੀਗਾ ਕਿ ਜਿਸ ਦੇਸ਼ ਦੇ ਵਿੱਚ ਬਾਬਾ ਨਾਨਕ ਆਏ, ਜਿੱਥੇ ਚਰਨ ਪਏ ਸਾਰੇ ਛੇਆਂ ਗੁਰੂਆਂ ਦੇ, ਗੁਰੂ ਨਾਨਕ ਦੇਵ ਜੀ ਆਏ ਇਸ ਇਲਾਕੇ ਦੇ ਵਿੱਚ, ਮਾਝੇ ਦੇ ਇਲਾਕੇ 'ਚ, ਉਸ ਇਲਾਕੇ ਵਿੱਚ ਜਿਹੜੇ ਨਨਕਾਣਾ ਸਾਹਿਬ ਤੋਂ ਆ ਕੇ ਉਹ ਇਲਾਕਾ ਸਾਰਾ ਇਕੱਠਾ ਹੀ ਸੀ ਪਹਿਲਾਂ, ਅਤੇ ਜਿੱਥੇ ਹੋਰ ਗੁਰੂਆਂ ਨੇ ਚਰਨ ਪਾਏ, ਮੈਂ ਨਹੀਂ ਚਾਹੁੰਦਾ ਕਿ ਉੱਥੋਂ ਦੀ ਜਿਹੜੀ ਜਨਤਾ ਮੈਥੋਂ ਵਿਛੜ ਜਾਵੇ। ਅਣਕ ਵਾਰ ਝਿੜਕੇ ਵੋ ਭਾਂਤੀ ਬਹੁਤ ਪਿਤਾ ਗੱਲ ਆਵੇ। ਜਦੋਂ ਵਾਰ-ਵਾਰ ਮਹਾਂ ਸਿੰਘ ਨੇ ਇਹੀ ਮੰਗ ਕੀਤੀ, ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ, ਉਹ ਬੇਦਾਵਾ ਕਿੱਥੇ ਉਹ ਕੱਢੋ, ਮੈਨੂੰ ਵਿਖਾਓ ਚੰਗੀ ਤਰ੍ਹਾਂ। ਅਤੇ ਪਾਤਸ਼ਾਹ ਨੇ ਕਹਿੰਦੇ ਖੀਸੇ ਵਿੱਚੋਂ ਚਿੱਠੀ ਕੱਢੀ, ਉਹਨੂੰ ਸਿੱਧੀ ਕਰਕੇ ਮਹਾਂ ਸਿੰਘ ਦੇ ਸਾਹਮਣੇ ਕੀਤੀ। ਕਹਿੰਦੇ ਵੇਖ ਉਹੀ ਆ। ਕਹਿੰਦੇ ਜੀ ਉਹੀ ਆ, ਕਿਰਪਾ ਕਰਕੇ ਇਹਨੂੰ ਪਾੜ ਦਿਓ ਅਤੇ ਸਾਨੂੰ ਚਰਨੀ ਲਾ ਲਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੀਆਂ ਅੱਖਾਂ ਦੇ ਸਾਹਮਣੇ ਫਿਰ ਉਹ ਵਿਦਾਵੇ ਵਾਲਾ ਕਾਗਜ਼ ਜਿਹੜਾ ਸੀਗਾ ਟੋਟਾ ਟੋਟਾ ਕਰਕੇ ਪਾੜ ਕੇ ਬਰੀਕ ਬਰੀਕ ਕਰਕੇ ਉਡਾ ਕੇ ਹਵਾ ਵਿੱਚ ਕਹਿ ਦਿੱਤਾ, ਟੁੱਟੀ ਗੰਢੀ। ਕਹੋ ਸਤਨਾਮ, ਟੁੱਟੀ ਗੰਢੀ। ਜਿਸ ਵੇਲੇ ਇਹ ਬਚਨ ਹੋਏ ਤੇ ਭਾਈ ਮਹਾਂ ਸਿੰਘ ਦੇ ਹਿਰਦੇ ਨੂੰ ਸ਼ਾਂਤੀ ਆਈ ਕਿ ਜਿਹੜੀ ਮੇਰੀ ਜਥੇਦਾਰੀ ਸੀ ਉਹ ਵੀ ਨਿਭ ਗਈ ਆ। ਮੈਂ ਆਪਣੇ ਦੇਸ਼ ਦੇ ਵਾਸਤੇ ਜੋ ਕਰ ਸਕਦਾ ਸੀ ਉਹ ਕਰਤਾ, ਬਹੁਤ ਵੱਡਾ ਕੀਤਾ। ਜੇ ਅੱਜ ਮਹਾਂ ਸਿੰਘ ਉਹ ਵਿਦਾਵਾ ਨਾ ਪੜਵਾਉਂਦਾ ਤੇ ਰਹਿੰਦੀ ਦੁਨੀਆ ਤੱਕ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸੀ ਮਾਝੇ ਦੇ ਸਿੱਖਾਂ ਵਾਸਤੇ। ਤੇ ਗੁਰੂ ਸਾਹਿਬ ਨੇ ਵੀ ਕਿਰਪਾ ਕੀਤੀ, ਉਹ ਵੀ ਉਡੀਕ ਰਿਹਾ ਸੀਗਾ, ਉਹ ਵੀ ਉਡੀਕ ਰਿਹਾ ਸੀਗਾ ਕਦੋਂ ਮੇਰੇ ਕੋਲੇ ਆਉਣ। ਤੇ ਜੇ ਸਮਾਂ ਅੱਜ ਦਾ ਲੰਘ ਜਾਂਦਾ ਫਿਰ ਸਮਾਂ ਨਹੀਂ ਸੀ ਮਿਲਣਾ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਤੇ ਗੁਰੂ ਪਿਆਰਿਓ, ਭਾਈ ਮਹਾਂ ਸਿੰਘ ਜੀ ਨੇ ਹੱਥ ਬੰਨ੍ਹ ਕੇ ਨਮਸਕਾਰ ਕੀਤੀ, ਸਤਿਗੁਰਾਂ ਨੂੰ ਫਤਿਹ ਬੁਲਾਈ ਔਰ ਬੇਨਤੀ ਕੀਤੀ, ਪਾਤਸ਼ਾਹ ਹੁਣ ਮੈਨੂੰ ਆਪਣੇ ਚਰਨਾਂ ਵਿੱਚ ਸੰਭਾਲੋ। ਇੰਨੇ ਬਚਨ ਕਰਦੇ ਸਤਿਗੁਰਾਂ ਨੇ ਮੱਥੇ 'ਤੇ ਹੱਥ ਰੱਖਿਆ, ਨੇਤਰ ਬੰਦ ਕੀਤੇ ਅਤੇ ਮਹਾਂ ਸਿੰਘ ਨੇ ਪ੍ਰਾਣ ਤਿਆਗ ਦਿੱਤੇ। ਸਤਿਗੁਰਾਂ ਦੀ ਗੋਦ ਵਿੱਚ ਪ੍ਰਾਣ ਤਿਆਗੇ। ਔਰ ਫਿਰ ਸਤਿਗੁਰਾਂ ਨੇ ਬਰਾੜਾ ਨੂੰ ਕਿਹਾ, ਬਰਾੜੋ ਇਹ ਸਾਰੇ ਸਿੰਘਾਂ ਦੇ ਸਰੀਰ ਇਕੱਠੇ ਕਰੋ ਹੁਣ। ਫਿਰ ਸਾਰੇ ਸਿੰਘਾਂ ਦੇ ਸਰੀਰ ਲੱਭਣੇ ਸ਼ੁਰੂ ਕੀਤੇ ਉਹ ਜੰਗ ਦੇ ਮੈਦਾਨ 'ਚੋਂ। ਲੱਭਦਿਆਂ ਇੱਕ ਸਿੰਘ ਕਹਿੰਦਾ ਆ ਕੇ, ਮਹਾਰਾਜ ਇੱਕ ਇਸਤਰੀ ਵੀ ਆ। ਇਸਤਰੀ ਕਿੱਥੇ ਆ, ਲਿਖਾਓ ਵਿਖਾਓ। ਤਾਂ ਜਾ ਕੇ ਪਾਤਸ਼ਾਹ ਮਿਲੇ ਅਤੇ ਮਾਤਾ ਭਾਗ ਕੌਰ ਨੂੰ ਝਾੜੀਆਂ ਵਿੱਚੋਂ ਲੈ ਕੇ ਆਂਦਾ ਚੱਕ ਕੇ, ਉਹਦੀ ਮੱਲਮ ਪੱਟੀ ਕੀਤੀ। ਉਹ ਠੀਕ ਸੀ, ਥੋੜ੍ਹੇ ਘੱਟ ਜ਼ਖਮ ਸੀਗੇ। ਸਾਂਗ ਦੇ ਨਾਲ ਉਹ ਵੀ ਲੜੀ ਸੀ, ਝਾਂਸੀ ਦੀ ਰਾਣੀ ਤੋਂ ਵੀ ਕਿਤੇ ਵੱਡੀ ਹੈ ਸਾਡੀ ਮਾਤਾ ਭਾਗ ਕੌਰ ਜੀ। ਕਹੋ ਸਤਨਾਮ ਸੀ। ਉਸ ਮਾਤਾ ਭਾਗ ਕੌਰ ਨੂੰ ਸਤਿਗੁਰਾਂ ਨੇ ਬਾਹਰ ਲਿਆਂਦਾ।
ਉਸ ਦੇ ਮਲਮ ਪੱਟੀ ਕੀਤੀ। ਚਲੋ ਇਸ ਤੋਂ ਬਾਅਦ ਗੁਰੂ ਪਿਆਰੋ ਬੀਬੀ ਮਾਤਾ ਭਾਗ ਕੌਣ ਲੈ ਕੇ ਮਹਾਰਾਜ आई तो मैं पुत्र की दात लैन नहीं सी। पातशाह कहते तू आई तो इस्त्री बन के सी पर इत्थे आके मरदाना काम कर गई है। कहो सतनाम सी, तू मरदानगी प्राप्त कर गई है, तू मरदाना पुरख है, मरदाना इस्त्री है। इस करके पातशाह ने माई भाग कौर नूं बड़े वर दिते, कहनी हुण मैं तुहाडे नाल ही रहूँगी महाराज, मैनू कोई पुत्र की लोड़ नहीं, मैनू अपनी पुत्री बना लो। तो गुरु साहब के नाल फिर माई भाग कौर रही। सतगुरां ने 40 ਸਿੰਘਾਂ ਦਾ इकट्ठा अंगीठा तैयार किया उस ढाब के किनारे ते, और उत्थे इकट्ठा अंगीठा तैयार करके फिर सतगुरां ने अपने हथी उन्हां शहीद ਸਿੰਘਾਂ ਦਾ संस्कार किया, और उत्थे फिर बचन किए अज तो बाद यह खिदराने की ढाब नहीं, ये मुक्ति का सरोवर है। कोई सतन मुक्तसर, मुक्ति का सरोवर। कहते इत्थे जिहड़ा भी आके इशनान करेगा ਉਹ भी गुरु के लड़ लग जाएगा, गुरु कृपा करेगा, उन्होंने अपने नाल मेल लवेगा। उस दिन तो बाद उस खिदराने की ढाब का नाम जोड़ा है श्री मुक्तसर साहिब पै गया। तो अज के दिहाड़े ते पातशाह जी ने फिर बचन किया सीगा ओह कि जेड़ा ये जंग का वृतांत है, यह माघी के दिहाड़े ते इत्थे जेड़ा है मेला लग्या करेगा। इस दिन नूं मकर की संगरांद माघी के दिहाड़े ते मनाया जाएगा, और बहुत सारिया संगतां इत्थे आया करनगियां, सेवा करया करनगियां तन मन धन दे नाल। और जो इत्थे सेवा करेगा, इशनान करेगा सरोवर विच, ओहदे भी पापां दी खंडन होवेगा। गुरु नाल जुड़ना भी चाहिए, बाणी पढ़नी चाहिए आ। ते इस तरह सतगुरां दे ये बचन होए। ते इसे बचनां नूं पंजवें पातशाह साहिब श्री गुरु अर्जन देव महाराज जी अज दे शब्द विच किवें कहंदे ने, माघ मजन संग साधुआं धूड़ी कर इशनान। हुण अज अमृत वेल तो लैकर के सिख संगतां जिथे जिथे सरोवर हैं उत्थे उत्थे जाके शरधा भावना दे नाल इशनान करदियां गुरु कीआं खुशियां लैण दे लई। पर इहदे नाल नाल गुरु साहब सानूं उपदेश की दिंदे ने, माघ मजन, माघ शब्द महीने का नाम भी है, पर हुण इहदा अगला अर्थ सुनो। माघ का अर्थ है मनुखा जन्म रूपी घर विच रहिंदियां होइयां मानस जामे विच आके। केवल असीं इहनूं तिथां वाला नाल ना जोड़ लईए बाणी नूं, बाणी ब्रह्म ज्ञान की बाणी भी आ। माघ ए मनुखा जन्म विच मानस जामे विच मजन संग साधुआं, साधुआं की संगत विच इशनान करिया कर। शायद असी भुलेखा खा गए तो केवल सरोवर च इशनान करन तो बाद हुण असी साल भर इशनान नहीं करना, नहीं। असल में इत्थे इशनान का अर्थ की हैगा, धूड़ी कर इशनान। गुरमुखां की संगत विच बैठ, उन्हां दे बचन सुन, जिहड़े उन्हां दे मुख चों निकले बचन उड करके तेरे कान विच पैणगे, तेरी सुरत उत्ते प्रैशर पाउणगे, फिर तेरी मत का इशनान होऊगा। भरी है मत पापा कै संग धोपै ना वै के रंग। ਇਹਦਾ ਇਹ ਵੀ मतलब है ਅਸੀਂ ਬਾਣੀ ਨਾਲ भी जुड़ना है। जिथे ਅਸੀਂ गुरमत का इतिहास ਨੂੰ जानना है, इतिहास ਨਾਲ जुड़ना है, ਉੱਥੇ ब्रह्म ज्ञान ਦੇ ਨਾਲ भी जुड़ना है, ਬਾਣੀ ਨਾਲ भी जुड़ना। धन गुरु गोबिंद सिंह महाराज जी ने बचन किए भी इत्थे आया करो भाई, इत्थे मेले लगणगे। इन्हां 40 मुक्तियां की याद विच जिहड़ा 40 दिन भी इत्थे आके इशनान करेगा, मुक्तसर साहिब दे विच कहंदे जे कोई आके यात्रा करेगा इत्थे ते कहंदे उन्हां दे भी जीवन सुधर जाणगे। मतलब ये 40 दिन जो चलिया ना, मकसद ਇਹਦਾ मकसद है कि जे बंदा लगातार गुरु घर जाता रहे तो अखीर असर हो ही जाता। कोई सतनाम सी, ये भी सियाणियां ने चलाए हुए आ पुरातन गल्लां। तो मतलब जो असीं लगातार गुरु घर आवांगे, कदे ना कदे साडे चोट बाणी की लग ही जानी है, तो जिद्दे चोट लग गई उदे सुधर जाना। कबीर सतगुर सूर में बाह्या बाण जो एक लागत ही गिर परा करे जे शेक। जदों गुरु ने शब्दां दा बाण मारिया तो बाण लगदिया ही मैं धरती ते डिग पिया। मतलब हंकार डिग पिया, मेरी खत्म हो गई, मेरे अंदरों गुमान खत्म हो गया, तो मैं नॉर्मल हो गया। को सतनाम माघ मजन संग साधु। तो अज माघ के महीने राही, क्योंकि ये जिहड़े 12 माह की रचना हुई ना, गुरु अर्जन देव जी के समय एक पंडित आया सी 5वें पातशाह जी कोल। वो कहन लगे महाराज कृपा करो, मैं तुहाडी संगत नूं महीना सुना दिया करा, महीने बाद आ जाया करा। पातशाह कहंदे आ जाया कर। वो महीना सुनाउंदा रहा।
ਕਾਫੀ ਸਮਾਂ ਸੁਣਾਉਂਦਾ ਰਿਹਾ। ਉਹਨੂੰ ਐ ਸੀ ਮੇਰੀ ਰੋਜੀ ਚੱਲ ਪਊ। ਚਲੋ ਪਾਤਸ਼ਾਹ ਕਹਿੰਦੇ ਕੋਈ ਨਹੀਂ, ਸੰਗਤ 4 ਪੈਸੇ ਵੀ ਦੇ ਦਿੰਦੀ। ਕਾਫੀ ਸਮੇਂ ਬਾਅਦ ਇੱਕ ਦਿਨ ਉਹ ਸੰਗਤਾਂ ਨੂੰ ਕਹਿਣ ਲੱਗਿਆ ਵੀ ਤੁਸੀਂ ਮਹੀਨਾ ਤਾਂ ਮੈਥੋਂ ਸੁਣਦੇ ਹੋ ਤੇ ਮੱਥਾ ਗੁਰੂ ਸਾਹਿਬ ਨੂੰ ਟੇਕਦੇ ਹੋ, ਮੈਨੂੰ ਕਿਉਂ ਨਹੀਂ ਟੇਕਦੇ, ਮੈਨੂੰ ਕਿਉਂ ਨਹੀਂ ਮੰਨਦੇ। ਸੰਗਤਾਂ ਕਹਿਣ ਲੱਗੀਆਂ ਦੇਖੋ ਗੁਰੂ ਤਾਂ ਸਾਡਾ ਗੁਰੂ ਅਰਜਨ ਦੇਵ ਹੀ ਹੈ, ਹੁਣ ਤੇਰੀ ਡਿਊਟੀ ਲਾਤੀ, ਤੇਰਾ ਰੋਜੀ ਚੱਲ ਪਿਆ, ਠੀਕ ਆ, ਗੁਰੂ ਤਾਂ ਗੁਰੂ ਸਾਹਿਬ ਹੀ ਹੈ ਨਾ। ਤੇ ਉਹ ਗੁੱਸੇ 'ਚ ਹੋ ਕੇ ਅਗਲੇ ਮਹੀਨੇ ਆਇਆ ਨਾ। ਜਦੋਂ ਅਗਲੇ ਮਹੀਨੇ ਆਇਆ ਨਾ ਤੇ ਪਾਤਸ਼ਾਹ ਜੀ ਕੋਲੇ ਸਿੱਖ ਕਹਿਣ ਲੱਗੇ ਜੀ ਉਹ ਪੰਡਤ ਤਾਂ ਆਇਆ ਨਹੀਂ ਸੁਣਾਉਣ ਵਾਸਤੇ ਮਹੀਨਾ। ਤੇ ਪਾਤਸ਼ਾਹ ਕਹਿੰਦੇ ਜਾਓ ਸੱਦ ਕੇ ਲਿਆਓ। ਮਹਾਰਾਜ ਆਉਂਦਾ ਨਹੀਂ, ਉਹ ਕਿਹਾ ਸੀ ਅਸੀਂ ਉਹਨੂੰ, ਉਹ ਤਾਂ ਉਲਟਾ ਹੋਰ ਹੀ ਕੁਛ ਕਹਿੰਦਾ, ਮੈਨੂੰ ਗੁਰੂ ਮੰਨੋ। ਅੱਛਾ। ਬਾਬਾ ਬੁੱਢਾ ਜੀ ਕਹਿੰਦੇ ਬਾਬਾ ਜੀ ਤੁਹਾਥੋਂ ਕੀ ਭੁੱਲਿਆ, ਮਹਾਰਾਜ ਸਾਨੂੰ ਨਹੀਂ ਉਹਦੇ ਕੋਲੋਂ ਮਹੀਨਾ ਸੁਣਨ ਦੀ ਲੋੜ, ਇਹ ਗੱਲ ਤੁਸੀਂ ਆਪ ਹੀ ਕਰੋ, ਤੁਹਾਡੇ ਕੋਲੇ ਸਭ ਕੁਝ ਹੈ। ਫਿਰ ਗੁਰੂ ਅਰਜਨ ਦੇਵ ਜੀ ਨੇ 12 ਮਾਹਾਂ ਦੀ ਰਚਨਾ ਕੀਤੀ ਸੀ। ਇਸ ਬਹਾਨੇ ਅਸੀਂ ਗੁਰੂ ਘਰ ਵੀ ਆਉਣੇ ਆ, ਇਸ ਬਹਾਨੇ ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਵੀ ਹੋ ਗਈ, ਇਸ ਬਹਾਨੇ ਤੁਹਾਨੂੰ ਮਹੀਨੇ ਦਾ ਨਾਂ ਵੀ ਪਤਾ ਲੱਗ ਗਿਆ। ਪੁਰਾਣੇ ਸਮੇਂ ਦੇ ਬਜ਼ੁਰਗ ਤੇ ਮਾਈਆਂ ਤੇ ਬਜ਼ੁਰਗ ਹੁੰਦੇ ਸੀ ਨਾ, ਉਹ ਕਿਸੇ ਪੰਡਿਤ ਕੋਲੋਂ, ਕਿਸੇ ਗੁਰੂ ਘਰ ਦੇ ਗ੍ਰੰਥੀ ਕੋਲੋਂ ਪੁੱਛਦੇ ਸੀ ਅੱਜ ਕਿਹੜਾ ਮਹੀਨਾ ਚੜ੍ਹਿਆ। ਕਿਉਂ ਪੁੱਛਦੇ ਭਲਾ, ਵੀ ਸਾਡਾ ਮਹੀਨਾ ਸੌਖਾ ਨਿਕਲ ਜੇ, ਕਿਸੇ ਰੱਬ ਦੇ ਪਿਆਰੇ ਦੇ ਮੂੰਹ 'ਚੋਂ ਸੁਣੀਏ ਮਹੀਨਾ ਕਿਹੜਾ ਚੜ੍ਹਿਆ। ਕਹੋ ਸਤਨਾਮ ਸੀ। ਇਹ ਉਹਨਾਂ ਬ੍ਰਾਹਮਣਾਂ ਨੇ ਕਰਮਕਾਂਡ ਬਣਾਏ ਹੋਏ ਸੀਗੇ। ਖੈਰ ਤੇ ਸਤਿਗੁਰਾਂ ਨੇ 12 ਮਾਹਾਂ ਦੀ ਰਚਨਾ ਕਰਤੀ। ਉਸ ਤੋਂ ਪਹਿਲਾਂ ਬਾਬੇ ਨਾਨਕ ਨੇ ਵੀ ਰਚੀ ਹੈ ਤੁਖਾਰੀ ਰਾਜ ਦੇ ਵਿੱਚ, ਬ੍ਰਹਮਾ 12 ਮਾਹਾਂ ਰਚਿਆ। ਪਰ ਬਾਬਾ ਬੁੱਢਾ ਜੀ ਕਹਿੰਦੇ ਜੀ ਤੁਸੀਂ ਇਹਨੂੰ ਸਰਲ ਭਾਸ਼ਾ ਵਿੱਚ ਰਚੋ, ਥੋੜ੍ਹਾ ਜਿਹਾ ਔਖਾ ਸਮਝ ਨਹੀਂ ਆਉਂਦਾ, ਤੁਸੀਂ ਸਿੱਧਾ ਜਿਹਾ ਰਚੋ। ਤੇ ਪਾਤਸ਼ਾਹ ਨੇ ਫਿਰ ਸਿੱਧਾ ਜਿਹਾ ਰਚਤਾ, ਸੌਖਾ ਜਿਹਾ। ਆਓ ਆਪਾਂ ਇਹਦੀ ਸੰਖੇਪ ਵਿਚਾਰ ਕਰਕੇ ਸਮਾਪਤੀ ਵੱਲ ਹੋਈਏ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਆ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਉਹਨਾਂ ਦੇ ਬਚਨ ਸੁਣ। ਉਹਨਾਂ ਦੇ ਬਚਨ ਜਦੋਂ ਤੇਰੇ ਕੰਨਾਂ ਰਾਹੀਂ ਤੇਰੀ ਸੁਰਤ ਵਿੱਚ ਜਾਣਗੇ ਤਾਂ ਤੇਰੀ ਮੱਤ ਦਾ ਇਸ਼ਨਾਨ ਹੋਵੇਗਾ। ਭਰੀਏ ਹੱਥ ਪੈਰ ਤਣ ਦੇ, ਇਹ ਉਦਾਹਰਨਾਂ ਦਿੱਤੀਆਂ ਦੋ ਪਹਿਲਾਂ। ਭਰੀਏ ਹੱਥ ਪੈਰ ਤਣ ਦੇਹ, ਪਾਣੀ ਧੋਤਾ ਉਤਰ ਸਖੇਹ, ਮੂਤ ਪਲੇਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੇ ਰੰਗ। ਤੇ ਨਾਮ ਤਾਂ ਕੰਨ ਰਾਹੀਂ ਜਾਊਗਾ ਨਾ, ਟੂਟੀ ਦਾ ਪ੍ਰੈਸ਼ਰ ਤਾਂ ਅੰਦਰ ਜਾਂਦਾ ਨਹੀਂ ਦਿਮਾਗ ਦੇ। ਮਤਲਬ ਕਿ ਸ਼ਬਦ ਦੇ ਨਾਲ ਹੀ ਸਾਨੂੰ ਗਿਆਨ ਹੋਣਾ, ਸ਼ਬਦ ਨਾਲ ਹੀ ਸਾਡਾ ਸੁਭਾਅ ਬਦਲਣਾ, ਸ਼ਬਦ ਨਾਲ ਹੀ ਸਾਡੇ ਵਿਕਾਰਾਂ ਦਾ ਖਾਤਮਾ ਹੋਣਾ। ਤਾਂ ਇਹ ਅੰਦਰਲਾ ਇਸ਼ਨਾਨ ਦੀ ਗੱਲ ਕਰ ਰਹੇ ਆ ਬਾਬਾ ਜੀ ਇੱਥੇ। ਧੂੜੀ ਕਰ ਇਸ਼ਨਾਨ, ਤੇ ਇਸ ਦਾ ਅੱਗੇ ਹੋਰ ਗੱਲ ਕਲੀਅਰ ਕਰਤੀ। ਕਿਹੜਾ ਇਸ਼ਨਾਨ? ਹਰ ਕਾ ਨਾਮ ਧਿਆਏ ਸੁਣ। ਹਰੀ ਦਾ ਨਾਮ ਜਪਿਆ ਕਰ, ਆਪ ਜਪਿਆ ਕਰ, ਹੋਰਾਂ ਨੂੰ ਜਪਾਇਆ ਕਰ। ਜੇ ਜਪਣਾ ਨਹੀਂ ਆਉਂਦਾ ਬਹਿ ਕੇ ਸੁਣ ਲਿਆ ਕਰ। ਕਹੋ ਸਤਿਨਾਮ। ਦੋਨੇ ਚੀਜ਼ਾਂ ਸੁਣਿਆ ਤੇ ਜਾਂ ਜੀਭ ਨਾਲ ਜਾਂ ਕੰਨਾਂ ਨਾਲ, ਦੋ ਚੀਜ਼ਾਂ ਹੈਗੀਆਂ। ਅਨਪੜ੍ਹ ਦਾ ਵੀ ਇੱਥੇ ਭਲਾ ਕਰਤਾ, ਪੜ੍ਹੇ ਦਾ ਵੀ ਕਰਤਾ। ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਦੋਨਾਂ ਦਾ ਭਲਾ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਹੁਣ ਦਾਨ ਸ਼ਬਦ ਹਿੰਦੂ ਮਤ ਵਿੱਚ ਚੱਲਿਆ ਹੋਇਆ, ਤੇ ਦਾਨ ਤਾਂ ਕੋਈ ਵੱਡਾ ਬੰਦਾ ਕਰਿਆ ਕਰਦਾ। ਇੱਥੇ ਦਾਨ ਦਾ ਅਰਥ ਆਪਾਂ ਇਹ ਸਮਝ ਲਿਆ ਕਿ ਵਸਤੂਆਂ ਦਾਨ ਕਰਨੀਆਂ। ਜਿਵੇਂ ਅੱਜ ਮਾਘੀ ਆ ਤੇ ਬਹੁਤ ਸਾਰੇ ਲੋਕ ਲੰਗਰ ਲਾਉਣਗੇ, ਇਹ ਸੋਚ ਕੇ ਵੀ ਦਾਨ ਕਰਨਾ ਚਾਹੀਦਾ। ਤੇ ਗੁਰੂ ਸਾਹਿਬ ਨੇ ਤਾਂ ਸਰਵੰਸ ਦਾਨ ਕੀਤਾ ਸਾਡੇ ਵਾਸਤੇ, ਸਾਨੂੰ ਬਚਾਉਣ ਵਾਸਤੇ। ਇੱਥੇ ਉਸ ਦਾਨ ਦੀ ਗੱਲ ਨਹੀਂ ਜਿਹੜਾ ਤੁਸੀਂ ਸਮਝਿਆ ਹੋਇਆ ਹੈ। ਇੱਥੇ ਦਾਨ ਹੈ ਵਾਹਿਗੁਰੂ ਮੰਤਰ ਮੈਂ ਜਪਾਂ ਤੇ ਤੁਹਾਨੂੰ ਜਪਾਵਾਂ, ਇਹ ਦਾਨ ਆ। ਵਾਹਿਗੁਰੂ 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 ਵਾਹਿਗੁਰੂ, ਇਹ ਸਭਨਾਂ ਨੂੰ ਦਾਨ ਕਰਨ ਵਾਲੀ ਗੱਲ ਆ। ਭਾਵ ਆਪ ਜਪੈ ਅਵਰੈ ਨਾਮ ਜਪਾਵੈ, ਉਹ ਗੁਰਸਿੱਖ ਮੈਨੂੰ ਬੜਾ ਚੰਗਾ ਲੱਗਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਏ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਏ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਏ। ਹਾਂ ਫਿਰ ਕੀ ਹੋਵੇਗਾ ਜੀ ਐਸਾ ਦਾਨ ਕਰੋ। ਜੇ ਦੂਜੇ ਦਾਨ ਦੀ ਗੱਲ ਹੁੰਦੀ ਤਾਂ ਫਿਰ ਤਾਂ ਅਗਲੇ ਕੰਮ ਸੈੱਟ ਹੋ ਜਾਂਦੇ, ਪਰ ਉਹ ਤਾਂ ਬਲਕਿ ਹੋਰ ਵੱਧ ਗਏ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਇਹਦੇ ਨਾਲ ਕੀ ਹੋਵੇਗਾ? ਜਨਮ ਕਰਮ ਮਲ ਉਤਰੈ। ਪਾਪਾਂ ਦੀ ਮੈਲ ਤਾਂ ਫਿਰ ਨਾਮ ਜਪਿਆ ਲੱਥਣੀ ਆ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਤੇ ਜਿਹੜਾ ਸਾਰੀਆਂ ਬਿਮਾਰੀਆਂ ਦਾ ਮੁੱਢ ਹੈ ਹੰਕਾਰ, ਤੇਰੇ ਮਨ ਵਿੱਚੋਂ ਹੰਕਾਰ ਵੀ ਖਤਮ ਹੋ ਜੇ। ਪਰ ਕਈ ਮਲਕ ਭਾਗੋ ਵਰਗੇ ਤਾਂ ਕਹਿ ਦਿੰਦੇ ਆ ਸਾਡੇ ਜੀ ਦੇਸੀ ਘਿਓ ਦਾ ਲੰਗਰ ਚੱਲਦਾ ਸਾਲ ਛਮਾਹੀ, ਤੇ ਪਿਛਲੇ ਵਿਚਾਲੇ ਫਿਰ ਸਾਰੀ ਉਮਰ ਲੁੱਟਣਾ।
तो फिर कदे कदे ग्रांट दे के ਵੱਡੇ ਵੱਡੇ ਮੰਤਰੀਆਂ ਵੱਲੋਂ ਲੰਗਰ ਚਲਾਉਣ ਮਲਕ ਭਾਗੋ ਜਿਵੇਂ ਲਾਉਂਦਾ ਸੀਗਾ, ਤੇ ਬਾਬੇ ਨੇ ਵਿਖਾਇਆ ਵੀ ਤੇਰੇ ਲੰਗਰ ਦੇ ਵਿੱਚ ਨਾ ਦਸਾਂ ਨਹੁੰਆਂ ਦੀ ਕਿਰਤ ਨਹੀਂ ਹੈਗੀ, ਲੁੱਟ ਮਾਰ ਦਾ ਮਾਲ ਹੈ। ਇਸ ਕਰਕੇ ਮਨ ਦੇ ਵਿੱਚੋਂ ਹੰਕਾਰ ਜਿਹੜਾ ਨਿਕਲਣਾ ਉਹ ਵੀ ਵਾਹਿਗੁਰੂ ਮੰਤਰ ਨਾਲ ਨਿਕਲਣਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਕੋਈ, ਮਨ ਤੇ ਜਾਏ ਗੁਮਾਨ। ਹੋਰ ਕੀ ਹੋਵੇਗਾ ਜੇ ਐਸਾ ਦਾਨ ਕਰੀਏ ਆਪਾਂ, ਭਾਵ ਆਪ ਜਪੀਏ ਹੋਰਾਂ ਨੂੰ ਜਪਾਈਏ। ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸਵਾਣ। ਤੇਰੇ ਅੰਦਰੋਂ ਕਾਮ ਕ੍ਰੋਧ ਮੋਹ ਮਮਤਾ ਕੁੱਤਿਆਂ ਵਰਗਾ ਲਾਲਚ ਇਹ ਵੀ ਖਤਮ ਹੋ ਜਾਊਗਾ। ਪਰ ਇਹ ਬਣੂ ਕਿਵੇਂ ਗੱਲ? ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਜਦੋਂ ਇਹ ਸੱਚ ਦੇ ਮਾਰਗ ਤੇ ਚੱਲੇਗਾ ਤੈਨੂੰ ਲੋਕ ਵੀ ਚੰਗਾ ਕਹਿਣਗੇ। ਕਹੋ ਸਤਨਾਮ ਸੀ, ਦੁਨੀਆ ਵੀ ਚੰਗਾ ਕਹੇਗੀ। ਜੇ ਗੁਰੂ ਘਰ ਜਾਵਾਂਗੇ, ਗੁਰੂ ਵਾਲੇ ਬਣਾਂਗੇ, ਵਿਸ਼ੇ ਵਿਕਾਰਾਂ ਤੋਂ ਬਚਾਂਗੇ, ਨਸ਼ਿਆਂ ਤੋਂ ਸ਼ਰਾਬਾਂ ਤੋਂ ਬਚਾਂਗੇ, ਤਾਂ ਸਾਨੂੰ ਸੰਸਾਰ ਵੀ ਚੰਗਾ ਕਹੇਗਾ। ਤਾਂ ਗੱਲ ਤਾਂ ਨਾਮ ਜਪਣ ਦੀ ਗੁਰੂ ਵਾਲੇ ਬਣਦੀ ਹੈ ਨਾ। ਜਿਵੇਂ ਉਹ 40 ਮੁਕਤਿਆਂ ਨੇ ਦੁਬਾਰਾ ਗੁਰੂ ਵਾਲੇ ਬਣਨਾ ਕੀਤਾ, ਵਿਛੜ ਗਏ ਸੀ ਬੇਦਾਵਾ ਦੇ ਕੇ, ਲੇਕਿਨ ਜਿੰਨਾ ਚਿਰ ਦੁਬਾਰੇ ਉਹ ਮਿਲੇ ਨਹੀਂ ਉਹਨਾਂ ਚਿਰ ਸ਼ਾਂਤੀ ਨਹੀਂ ਆਈ। ਤੇ ਸਤਿਗੁਰੂ ਪਾਤਸ਼ਾਹ ਨੇ ਇਹ ਮਾਲਵੇ 'ਚ ਆ ਕੇ ਕਿਹਾ ਸੀਗਾ ਕਿ ਮਾਝੇ ਦੀ ਸਿੱਖੀ ਮਹਾਂ ਸਿੰਘ ਨੇ ਰੱਖ ਲਈ। ਇਹ ਮਾਲਵੇ ਦੀ ਸਿੱਖੀ ਜਦੋਂ ਬਰਾੜਾ ਨੇ ਤਨਖਾਹਾਂ ਮੰਗੀਆਂ ਤੇ ਭਾਈ ਦਾਨ ਸਿੰਘ ਨੇ ਤਨਖਾਹ ਨਹੀਂ ਲਈ, ਕਹਿੰਦਾ ਸਿੱਖੀ ਦਿਓ ਜੀ। ਮਾਲਵੇ ਦੇ ਵਿੱਚ ਸਿੱਖੀ ਜਿਹੜੀ ਭਾਈ ਦਾਨ ਸਿੰਘ ਨੇ ਰੱਖ ਲਈ। ਹੁਣ ਇਹ ਬਹੁਤ ਵਧੇ ਫੁੱਲੇਗੀ। ਪਾਤਸ਼ਾਹ ਨੇ ਬਚਨ ਕੀਤੇ ਆ ਇਸ ਇਲਾਕੇ 'ਚ ਆ ਕੇ, ਆਪਣੇ ਮਾਲਵੇ ਇਲਾਕੇ, ਜੰਗਲ ਦੇ ਇਲਾਕੇ 'ਚ ਆ ਕੇ। ਪਹਿਲੀ ਵਾਰ ਮਾਲਵਾ ਇਹ ਜੰਗਲ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿਲੇ ਦੇ ਵਿੱਚ ਜਾ ਕੇ। ਕਹੋ ਸਤਨਾਮ, ਬਠਿੰਡੇ ਵਾਲੇ ਕਿਲੇ ਜਾ ਕੇ। ਖੈਰ ਪ੍ਰੀਤਮ ਜੀ ਕਹਿੰਦੇ ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸਵਾਣ। ਸੱਚੇ ਮਾਰਗ ਚੱਲਦੇ ਆ ਉਸਤਤ ਕਰੈ ਜਹਾਨ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਹੁਣ ਦੇਖੋ ਲੋਕ ਤੀਰਥਾਂ 'ਤੇ ਜਾਂਦੇ ਆ। ਅੱਜ ਦੇ ਦਿਨ ਨੂੰ ਹਿੰਦੂ ਮੱਤ ਵਿੱਚ ਵੀ ਬੜਾ ਮੰਨਿਆ ਜਾਂਦਾ, ਗੁਰਮੱਤ ਵਿੱਚ ਵੀ ਬੜਾ ਮੰਨਿਆ ਜਾਂਦਾ। ਪਰ ਗੁਰੂ ਸਾਹਿਬ ਕੀ ਕਹਿੰਦੇ ਆ? ਗੁਰੂ ਸਾਹਿਬ ਨੂੰ ਪੁੱਛ ਲਓ। ਕਹਿੰਦੇ 68 ਤੀਰਥਾਂ ਦਾ ਇਸ਼ਨਾਨ, ਸਾਰੇ ਦਾਨ ਪੁੰਨ ਵਿੱਚ ਹੀ ਆ ਜਾਣਗੇ। ਤੂੰ ਜੀਵਾਂ 'ਤੇ ਦਇਆ ਕਰਿਆ ਕਰ, ਗਰੀਬਾਂ 'ਤੇ ਦਇਆ ਕਰ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੇ ਸੰਗ ਸਾਥ, ਵੱਡਿਆ ਸਿਉ ਕਿਆਰੀ। ਜਿੱਥੇ ਨੀਚ ਸੰਭਾਲੀ ਤਿੱਥੇ ਨਦਰ ਤੇਰੀ ਬਖਸ਼ੀਸ਼। ਉੱਥੇ ਪਰਮੇਸ਼ਰ ਦੀ ਬਖਸ਼ਿਸ਼ ਹੈ, ਉੱਥੇ ਪਰਮੇਸ਼ਰ ਦੀ ਨਜ਼ਰ ਹੈ। ਜਿੱਥੇ ਗਰੀਬਾਂ ਦੀ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ, ਉਹਨਾਂ ਨੂੰ ਸੰਭਾਲਿਆ ਜਾਂਦਾ। ਜਿੱਥੇ ਗੁਰੂ ਪਾਤਸ਼ਾਹ ਜੀ ਕਹਿੰਦੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਸਨੂੰ ਦੇਵੈ ਦਇਆ ਕਰ। ਉਹ ਦਇਆ ਵੀ ਬੰਦਾ ਕਰ ਨਹੀਂ ਸਕਦਾ, ਪਰਮੇਸ਼ਰ ਕਰਵਾਉਂਦਾ ਹੈ। ਬਾਬਾ ਨਾਨਕ ਪੌਣਾ ਕਿਲੋ ਗਰੀਬੀ ਲੈ ਕੇ ਆਇਆ। ਜੇ ਕਿਲੋ ਗਰੀਬੀ ਹੈ ਨਾ, ਉਹ 'ਚੋਂ ਪਾਈਆ ਦਿੱਤੀ ਬੱਚੀਆਂ ਨੂੰ, ਗਰੀਬਾਂ ਨੂੰ। ਪਰ ਜਿਹੜੀ ਪੌਣਾ ਕਿਲੋ ਗਰੀਬੀ ਬਾਬੇ ਨਾਨਕ ਨੇ ਲਿਆ ਕੇ ਸਿੱਖਾਂ ਨੂੰ ਵੰਡੀ। ਭਾਵ ਪਰਮੇਸ਼ਰ ਹੀ ਕਿਰਪਾ ਕਰਦਾ, ਸਾਡੇ ਅੰਦਰ ਦਇਆ ਪੈਦਾ ਕਰਦਾ। ਜਿਸਨੂੰ ਦੇਵੈ ਦਇਆ ਕਰ। ਇਹ ਦਇਆ ਵੀ ਉਹਦੀ ਕਿਰਪਾ ਤੋਂ ਬਗੈਰ ਨਹੀਂ ਹੁੰਦੀ। ਪਹਿਲਾਂ ਉਹ ਦਇਆ ਦਿੰਦਾ, ਫਿਰ ਅਸੀਂ ਦਇਆ ਅੱਗੇ ਕਰਦੇ ਹਾਂ। ਤਾਂ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤੈਨ ਕੁਰਬਾਨ। ਅੱਜ ਬਲਿਹਾਰੇ ਜਾਈਏ ਉਹਨਾਂ 40 ਮੁਕਤਿਆਂ ਤੋਂ, 40 ਮੁਕਤਿਆਂ ਦੇ ਮੁਖੀ ਭਾਈ ਮਹਾਂ ਸਿੰਘ ਤੋਂ, ਜਿਨ੍ਹਾਂ ਨੇ ਮਾਝੇ ਨੂੰ ਬਖਸ਼ਾ ਲਿਆ। ਕਹੋ ਸਤਨਾਮ। ਨਹੀਂ ਤਾਂ ਕੰਮ ਟੇਢਾ ਹੋ ਗਿਆ ਸੀ ਨਾ। ਜੇ ਮਹਾਂ ਸਿੰਘ ਇਹ ਕਾਰਜ ਨਾ ਕਰਦਾ ਫਿਰ ਕੰਮ ਟੇਢਾ ਹੋ ਗਿਆ ਸੀ। ਔਰ ਗੁਰੂ ਪਿਆਰਿਓ, ਜਿੱਥੇ ਹੋਰ 40 ਸਿੰਘ ਸ਼ਹੀਦ ਹੋ ਗਏ, ਉੱਥੇ ਮਹਾਂ ਸਿੰਘ ਵੀ ਸਰੀਰ ਛੱਡ ਜਾਂਦਾ। ਪਰ ਕਿਉਂ ਨਹੀਂ ਛੁੱਟਿਆ ਉਹਦਾ ਸਰੀਰ? ਕਿਉਂਕਿ ਉਹਦਾ ਧਿਆਨ ਗੁਰੂ ਦੇ ਚਰਨਾਂ ਵਿੱਚ ਪਿਆ ਸੀਗਾ। ਬਈ ਜਿੰਨਾ ਚਿਰ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਿਲਦਾ ਨਹੀਂ, ਜਿੰਨਾ ਚਿਰ ਮੈਂ ਬੇਦਾਵਾ ਪੜਵਾਉਂਦਾ ਨਹੀਂ, ਉਹਨਾਂ ਚਿਰ ਮੈਂ ਸਰੀਰ ਨਹੀਂ ਛੱਡੂੰਗਾ। ਤੇ ਮੌਤ ਵੀ ਮਹਾਂ ਸਿੰਘ ਨੂੰ ਗੁਰੂ ਚਰਨਾਂ ਤੋਂ ਖਿੱਚ ਕੇ ਲਿਜਾ ਨਹੀਂ ਸਕੀ। ਕਹੋ ਸਤਨਾਮ ਸੀ। ਕਿਉਂਕਿ ਉਹਦਾ ਧਿਆਨ ਗੁਰੂ ਸਾਹਿਬ ਦੀ ਹਜ਼ੂਰੀ 'ਚ ਪਿਆ ਸੀਗਾ। ਕਦੋਂ ਗੁਰੂ ਗੋਬਿੰਦ ਸਿੰਘ ਮੇਰੇ ਕੋਲ ਆਉਣ ਔਰ ਮੈਂ ਉਹ ਬੇਦਾਵਾ ਪੜਵਾਵਾਂ, ਫਿਰ ਮੈਂ ਦੁਨੀਆ ਛੱਡ ਕੇ ਜਾਊਂਗਾ। ਉਹਨਾਂ ਚਿਰ ਮੈਂ ਸਰੀਰ ਨਹੀਂ ਛੱਡਣਾ। ਤੇ ਮੌਤ ਵੀ ਗੇੜੇ ਮਾਰ ਮਾਰ ਕੇ ਕੋਲੋਂ ਮੁੜਦੀ ਰਹੀ ਆ, ਪਰ ਮਹਾਂ ਸਿੰਘ ਦੀ ਜਾਨ ਨਹੀਂ ਕੱਢ ਸਕੀ। ਕਹੋ ਸਤਨਾਮ। ਕਿਉਂਕਿ ਕਾਲ ਹੈ ਜਿਹੜਾ, ਇਹ ਵੀ ਪਰਮੇਸ਼ਰ ਦੇ ਗੁਰੂ ਦੇ ਥੱਲੇ ਆ। ਉਹ ਅਕਾਲ ਹੈ ਪਰਮੇਸ਼ਰ, ਕਾਲ ਮੌਤ ਹੈ, ਇਹ ਥੱਲੇ ਆ। ਤੇ ਇਸ ਕਰਕੇ ਉਹਦਾ ਧਿਆਨ ਗੁਰੂ ਚਰਨਾਂ 'ਚ ਪਿਆ ਸੀ ਤੇ ਮੌਤ ਵੀ ਉਹਨੂੰ ਮਾਰ ਨਹੀਂ ਸਕੀ। ਕਹੋ ਸਤਨਾਮ। ਪਰ ਜਦੋਂ ਗੁਰੂ ਸਾਹਿਬ ਨੇ ਬਖਸ਼ ਦਿੱਤਾ, ਬੇਦਾਵਾ ਪਾੜਤਾ, ਮਹਾਂ ਸਿੰਘ ਨੂੰ ਸ਼ਾਂਤੀ ਆਈ ਤੇ ਪਾਤਸ਼ਾਹੀ ਦੀ ਗੋਦ ਵਿੱਚ ਸਰੀਰ ਛੱਡ ਕੇ ਗੁਰੂ ਵਿੱਚ ਹੀ ਸਮਾ ਗਿਆ। ਕਹੋ ਸਤਨਾਮ। ਫਿਰ ਉਹਦੇ ਸਾਥੀ ਜਿਹੜੇ ਭਟਕ ਰਹੇ ਸੀਗੇ 40 ਸਿੰਘ,
ਉਹਨਾਂ ਨੂੰ ਵੀ ਸੱਚਖੰਡ ਦੇ ਗੇਟ ਖੁੱਲ ਗਏ ਤੇ ਸਾਰਿਆਂ ਨੂੰ ਗਲਵੱਕੜੀ 'ਚ ਲੈ ਲਿਆ, ਪਰਮੇਸ਼ਰ ਨੇ ਆਪਣੇ ਵਿੱਚ ਮਿਲਾ ਲਿਆ। ਕਹੋ ਸਤਨਾਮ ਸੀ। ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ, ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ, ਮਾਘ ਸੁੱਚੇ ਸੇ ਕਾਂਢੀ ਹੈ। ਮਾਘ ਕੱਲੇ ਮਾਘ ਦੇ ਮਹੀਨੇ 'ਚ, ਇਦੋਂ ਅਗਲੇ ਮਹੀਨੇ 'ਚ, ਫਿਰ ਪਿਛਲੇ ਮਹੀਨਿਆਂ 'ਚ। ਮਾਘ ਨਹੀਂ, ਮਨੁੱਖ ਜਾਮੇ ਵਿੱਚ, ਇਹ ਮਾਨਸ ਜਾਮੇ ਵਿੱਚ ਉਹ ਵਧੀਆ ਬੰਦਾ ਹੈ। ਕੌਣ? ਮਾਘ ਸੁੱਚੇ ਸੇ ਕਾਂਢੀ ਹੈ, ਜਿਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ ਤੇ ਗੁਰੂ ਮਿਹਰਬਾਨ ਹੋ ਗਿਆ। ਜਿਵੇਂ ਮਹਾ ਸਿੰਘ ਸੱਚਾ ਸੁੱਚਾ ਸਿੰਘ ਬਣ ਗਿਆ। ਕਹੋ ਸਤਨਾਮ ਸੀ। ਜਿੱਤੇ ਗੁਰੂ ਗੋਬਿੰਦ ਸਿੰਘ ਖੁਸ਼ ਹੋ ਗਿਆ, ਜਿਹਨੇ ਮਹਾ ਸਿੰਘ ਨੇ ਪਿੱਛੇ ਸਾਰੇ ਮਾਝੇ ਨੂੰ ਬਖਸ਼ ਦਿੱਤਾ। ਕਹੋ ਸਤਨਾਮ ਸੀ। ਤੋ ਇਹ ਮਾਘ ਦਾ ਮਹੀਨਾ ਵਡਭਾਗਾ ਹੈ। ਵਿਛੜਿਆਂ ਨੇ ਮਿਲਣਾ ਕੀਤਾ। ਤੁਸੀਂ ਵੀ ਅਰਦਾਸਾਂ ਕਰਿਆ ਕਰੋ, ਜਿਹੜੇ ਹਜੇ ਬੇਦਿਆਵਾ ਦੇਈ ਫਿਰਦੇ ਹੋ। ਬੇਦਿਆਵਾ ਦੇ ਨਹੀਂ ਹੈ, ਸਿਰ ਤੋਂ ਕੇਸ ਕਟਾਤੇ, ਪੱਗਾਂ ਲਾਤੀਆਂ। ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਸੀਗੀਆਂ ਪੱਗਾਂ। ਇਹ ਤਾਜ ਹੈ ਸਾਡਾ, ਦਸਤਾਰ ਹੈ ਜਿਹੜੀ, ਇਹ ਰਾਜਿਆਂ ਦਾ ਤਾਜ ਹੈ। ਮੈਂ ਗੱਲ ਸੁਣੀ, ਕਿਸੇ ਨੇ ਕਿਸੇ ਸਰਕਾਰੀ ਬੰਦੇ ਨੂੰ ਪੁੱਛਿਆ, ਬਈ ਯਾਰ ਤੁਸੀਂ ਪੰਜਾਬ ਵਾਲੇ ਸਿੱਖਾਂ ਦੇ ਬੜਾ ਖਿਆਲ ਰੱਖਦੇ ਹੋ ਬਾਕੀ ਸੂਬੇ ਦੇ ਲੋਕਾਂ ਨਾਲੋਂ, ਭਾਵ ਇਹਨਾਂ ਦੀ ਨਿਗਾਹ ਬਾਹਲੀ ਰੱਖਦੇ ਹੋ, ਪੰਜਾਬੀਆਂ ਦੀ ਗੱਲ ਕੀ ਆ? ਤੇ ਜਿਹਨੇ ਜਵਾਬ ਦਿੱਤਾ ਨਾ ਬੜਾ ਵਧੀਆ, ਤੇ ਸਿਰੇ ਦਾ ਜਵਾਬ ਦੇ ਗਿਆ ਬੰਦਾ। ਉਹ ਕਹਿੰਦਾ ਪਤਾ ਕੀ ਗੱਲ ਹੈ, ਇਹ ਜਦੋਂ ਜਿਹੜੇ ਪੰਜਾਬੀ ਸਿੱਖ ਹੈ ਨਾ, ਇਹ ਜਦੋਂ ਸ਼ੀਸ਼ੇ ਕੋਲੇ ਖੜ ਕੇ ਪੱਗ ਬੰਨ੍ਹਦੇ ਆ, ਇਹ ਆਪਣੇ ਆਪ ਨੂੰ ਰਾਜੇ ਸਮਝਦੇ ਆ। ਜੇ ਇਹਨਾਂ 'ਤੇ ਅਸੀਂ ਨਿਗਾਹ ਨਾ ਰੱਖੀਏ ਤੇ ਇਹ ਤਾਂ ਸਾਡੇ ਤਖਤ ਹੀ ਪਲਟ ਦੇਣ, ਤੇ ਤਖਤ ਤਾਂ ਫਿਰ ਵੀ ਪਲਟਣਗੇ ਜਾਂ ਪੁੱਠੇ ਚੱਲੋਗੇ। ਕਹੋ ਸਤਨਾਮ ਸੀ। ਕਹਿੰਦੇ ਅਸੀਂ ਪੰਜਾਬੀਆਂ 'ਤੇ ਤਾਂ ਨਿਗਾਹ ਰੱਖਦੇ ਹਾਂ ਕਿ ਇਹ ਜਦੋਂ ਪੱਗ ਬੰਨ੍ਹਦੇ ਆਪਣੇ ਆਪ ਨੂੰ ਰਾਜਕੁਮਾਰ, ਰਾਜੇ ਦਾ ਪੁੱਤਰ ਸਮਝਦੇ ਆ। ਤੇ ਵਾਕਿਆ ਹੈ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ, ਰਾਜੇ ਬਣਾਇਆ ਸਾਨੂੰ ਉਸਨੇ। ਕਹੋ ਸਤ। ਫਿਰ ਤੁਸੀਂ ਤਾਜ ਲਾ ਕੇ ਕਿਉਂ ਰੱਖਿਆ? ਵੀ ਘਰੇ ਪੱਗਾਂ ਬੰਨ੍ਹਿਆ ਕਰੋ, ਕੇਸ ਰੱਖੋ, ਦਾੜੀਆਂ ਰੱਖੋ, ਗੁਰੂ ਦੇ ਪੁੱਤਰ ਬਣੋ। ਜਿਵੇਂ ਮਹਾ ਸਿੰਘ ਨੇ ਮਾਫੀ ਮੰਗੀ, ਤੁਸੀਂ ਵੀ ਆ ਕੇ ਮਾਫੀ ਮੰਗੋ ਕਰੇ ਗੁਰੂ ਚਰਨਾਂ 'ਚ ਆ ਕੇ, ਗੁਰੂ ਵਾਲੇ ਬਣੋ। ਬਹੁਤ ਬਹੁਤ ਧੰਨਵਾਦ। ਅੱਜ ਦਾ ਦਿਹਾੜਾ ਸਾਨੂੰ ਗੁਰਮਤਿ ਵਿੱਚ ਆਉਣ ਦੀ ਪ੍ਰੇਰਨਾ ਕਰਦਾ ਹੈ। ਸੁਣ ਸਾਖੀ ਬਣ ਜਪ ਗਿਆਨ, ਆ ਬਣਾ ਤੈਨੂੰ ਮੈਂ ਸਾਖੀਆਂ ਸੁਣਾ। ਅਜਾਮਲ ਉਧਰਿਆ ਕਹਿ ਏਕ ਵਾਰ, ਉਹ ਅਜਾਮਲ ਨੇ ਇੱਕ ਵਾਰ ਨਰੈਣ ਕਿਹਾ ਤਰ ਗਿਆ। ਗਣਕਾ ਉਧਰੀ ਹਰ ਕਹੇ ਤੋਤ ਮਨ ਸਿਮਰ ਤੂੰ ਹੋਏ ਮੋਖ। ਮੈਂ ਤੁਹਾਨੂੰ ਇਹ ਸਾਰੀ ਸਾਖੀ ਕਾਹਦੇ ਵਾਸਤੇ ਸੁਣਾਈ ਆ? ਵੀ ਸ਼ਾਇਦ ਤੁਸੀਂ ਵੀ ਗੁਰੂ ਵਾਲੇ ਬਣ ਜਾਓ ਯਾਰ। ਕਹੋ ਸਤਨਾਮ, ਬਣ ਜਾਓ, ਆ ਗੁਰੂ ਵਾਲੇ ਬਣੋ, ਗੁਰੂ ਦੇ ਲੜ ਲੱਗੋ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ। ਗੁਰੂ ਪਾਤਸ਼ਾਹ ਤੁਹਾਡਾ ਆਉਣ ਵਾਲਾ ਸਮਾਂ ਆਪਣੇ ਚਰਨਾਂ ਨਾਲ ਜੋੜ ਕੇ ਬਤੀਤ ਕਰਾਵੇ। ਮੈਂ ਅਰਦਾਸ ਕਰਾਂਗਾ। ਆਓ ਆਨੰਦ ਸਾਹਿਬ ਜੀ ਦਾ ਪਾਠ ਕਰੀਏ, ਉਪਰੰਤ ਅਰਦਾਸ ਬੇਨਤੀ ਜੋਦਰੀ ਕਰਾਂਗੇ ਆਉਣ ਵਾਲੇ ਸਮੇਂ ਵਾਸਤੇ। ਕੇਵਲ ਮਹੀਨੇ ਦੇ ਪਹਿਲੇ ਦਿਨ ਦੀ ਗੱਲ ਨਹੀਂ, ਰੋਜ਼ਾਨਾ ਹੀ ਗੁਰੂ ਘਰ ਹਾਜ਼ਰੀ ਲਵਾਉਣੀ ਚਾਹੀਦੀ ਹੈ। ਜਿਹੜਾ ਵੀ ਤੁਹਾਡੇ ਨੇੜੇ ਪੈਂਦਾ ਗੁਰੂ ਘਰ, ਕਿਉਂ ਗੁਰੂ ਸਾਹਿਬ ਇੱਕੋ ਹੀ ਆ, ਜਿੱਥੇ ਵੀ ਨੇੜੇ ਪੈਂਦਾ ਉੱਥੇ ਜਾ ਕੇ ਹਾਜ਼ਰੀ ਭਰਿਆ ਕਰੋ, ਬਾਣੀ ਪੜ੍ਹਿਆ ਕਰੋ। ਜਿਨ੍ਹਾਂ ਨੇ ਕੇਸ ਨਹੀਂ ਰੱਖੇ ਅੱਜ ਤੋਂ ਪਰਨ ਕਰੋ। ਉਹਨਾਂ ਮਹਾ ਮੁਕਤਿਆਂ ਦੇ ਚਰਨਾਂ 'ਚ ਧਿਆਨ ਧਰ ਕੇ, ਗੁਰੂ ਚਰਨਾਂ ਧਿਆਨ ਧਰ ਕੇ ਵੀ ਸਾਨੂੰ ਵੀ ਉਹ ਮਹਾਂ ਸਿੰਘ ਵਰਗੇ ਸਿੰਘਾਂ ਵਾਂਗੂ ਬਖਸ਼ ਲੈ ਤੇ ਚਰਨੀ ਲਾ ਲੈ। ਬਹੁਤ ਬਹੁਤ ਧੰਨਵਾਦ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।